श्री वाहिगुरु साहिब जीओ। डंडौत बंधन अनेक बार सर्व कला समरथ, डोलन ते राखो प्रभु नानक दे कर हथ। वाहिगुरु जी का खालसा वाहिगुरु जी की फतेह। गुरु रूप गुरु खालसा साध संगत जीओ, ਆਪਣੇ ਸਾਰਿਆਂ ਦੇ ਬਹੁਤ ਹੀ ਉੱਤਮ ਭਾਗ ਹਨ ਜੋ ਕਿ ਆਪਾਂ ਨੂੰ ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲਿਆਂ ਦੇ ਜੀਵਨ ਕਥਾ ਵਿਚਾਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਸਾਰੀ ਸੰਗਤ ਮਨ ਚਿੱਤ ਬੁੱਧ ਨੂੰ ਇਕਾਗਰ ਕਰੋ ਅਤੇ ਧਿਆਨ ਨਾਲ ਸਰਵਣ ਕਰਨਾ ਕਰੋ ਜੀ। ਦੂਜਾ ਹੈ ਅੱਜ ਆਪਾਂ ਨੇ ਭਗਤ ਯੋਗ, ਜਿਸ ਦੀ ਵਿਚਾਰ ਆਪਾਂ ਕੱਲ ਕਰ ਰਹੇ ਸੀ, ਯੋਗ ਦੀ ਵਿਚਾਰ ਆਪਾਂ ਕਰ ਰਹੇ ਹਾਂ। ਅੱਜ ਆਪਾਂ ਨੇ ਭਗਤ ਯੋਗ ਦੀ ਵਿਚਾਰ ਕਰਨੀ ਹੈ। ਦੂਜਾ ਹੈ ਭਗਤ ਯੋਗ ਅਥਵਾ ਸਹਿਜ ਯੋਗ। ਇਸ ਦੇ ਵੀ 8 ਅੰਗ ਹਨ। ਯਮ, ਮਨ ਵਿੱਚ ਨਿਮਰਤਾ ਰੱਖਣੀ, ਆਪਣੇ ਗੁਣਾਂ ਦਾ, ਧਨ ਦਾ, ਵਿਦਿਆ ਅਥਵਾ ਕਿਸੇ ਹੋਰ ਹੁਨਰ ਦਾ ਮਾਣ ਨਾ ਕਰਨਾ। ਨੇਮ, ਹਰ ਰੋਜ਼ ਗੁਰਦੁਆਰੇ ਜਾ ਕੇ ਕਥਾ ਕੀਰਤਨ ਨੂੰ ਨਿਯਮ ਨਾਲ ਸੁਣਨਾ। ਇਕਾਂਤ ਦੇਸ਼, ਸਾਰਿਆਂ ਵਿੱਚ ਇੱਕ ਪਰਮੇਸ਼ਰ ਨੂੰ ਵਿਆਪਕ ਨਿਸ਼ਚੈ ਕਰਨਾ। ਆਸਣ, ਆਪਣੇ ਮਨ ਦੀ ਬਿਰਤੀ ਪਰਮੇਸ਼ਰ ਵਿਖੇ ਸਥਿਤ ਕਰਨੀ। ਪ੍ਰਾਣਾਯਾਮ, ਪੂਰਕ ਸੰਗਤ ਵਿੱਚ ਜਾ ਕੇ ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਧਾਰਨ ਕਰਨਾ। ਕੁੰਭਕ, ਗੁਰ ਸ਼ਬਦ ਦੇ ਸਿਧਾਂਤ ਨੂੰ ਅੰਦਰ ਵਸਾਉਣਾ। ਰੇਚਕ, ਜੋ ਗੁਰੂ ਦੇ ਬਚਨ ਮੰਦ ਕਰਮਾਂ ਦਾ ਤਿਆਗ ਕਰਨਾ ਦੱਸਦੇ ਹਨ, ਉਹਨਾਂ ਨੂੰ ਛੱਡਣਾ। ਸਹਿਜ ਯੋਗ ਦਾ 6ਵਾਂ ਅੰਗ ਹੈ ਧਾਰਨਾ। ਜਦੋਂ ਗੁਰਬਾਣੀ ਦੇ ਪਾਠ ਨੂੰ ਪੜ੍ਹੇ ਅਥਵਾ ਸਰਵਣ ਕਰੇ ਤਦ ਮਨ ਦੀ ਬਿਰਤੀ ਸ਼ਬਦ ਦੇ ਸਿਧਾਂਤ ਵਿੱਚ ਜੋੜੇ ਅਰ ਹੋਰ ਕਿਸੇ ਸੰਕਲਪ ਵਿਕਲਪ ਨੂੰ ਨਾ ਫੁਰਨ ਦੇਵੇ। ਧਿਆਨ, ਜੇਕਰ ਮਨ ਵਿੱਚ ਕਿਸੇ ਚੀਜ਼ ਦਾ ਫੁਰਨਾ ਫੁਰੇ ਉਸ ਨੂੰ ਵਾਰ-ਵਾਰ ਰੋਕਣ ਦਾ ਯਤਨ ਕਰੇ। ਇਹ 7ਵਾਂ ਅੰਗ ਹੈ। ਸਮਾਧੀ, ਜਦੋਂ ਮਨ 2-4 ਘੜੀਆਂ ਜਾਂ ਘੰਟਾ 2 ਘੰਟੇ ਟਿਕਣ ਲੱਗ ਜਾਵੇ ਉਸ ਦਾ ਨਾਮ ਸਮਾਧੀ ਹੈ। ਇਹ ਭਗਤ ਯੋਗ ਬਹੁਤ ਸੌਖਾ ਹੈ, ਹਰੇਕ ਮਾਈ ਭਾਈ ਕਰ ਸਕਦਾ ਹੈ। ਕਸ਼ਟ ਯੋਗ ਹਰੇਕ ਤੋਂ ਨਹੀਂ ਹੋ ਸਕਦਾ। ਵੈਰਾਗ ਦਾ ਯੋਗ, ਜਦੋਂ ਸ਼੍ਰੀ ਕ੍ਰਿਸ਼ਨ ਸਿੰਘ ਜੀ ਦੇ ਭੇਜੇ ਉਧਵ ਜੀ ਗੋਪੀਆਂ ਨੂੰ ਯੋਗ ਦਾ ਉਪਦੇਸ਼ ਕਰਨ ਲੱਗੇ ਤਾਂ ਗੋਪੀਆਂ ਨੇ ਕਿਹਾ, ਉਧਵ ਜੀ ਯੋਗੀ ਤੋਂ ਵਿਯੋਗੀ ਘੱਟ ਨਹੀਂ ਹਨ। ਜੋਗੀ ਤਜੇ ਜਗਤ ਹਮ ਜੋਗ, ਜਗਤ ਦੋਨੋਂ ਤਜੇ। जोगी लावे शार, हम शार हूँ के मट हैं। जोगी बेदे कान, हम कान प्राण दोनों बेदे। जोगी कहे नाथ, हम कृष्ण नाम रट हैं। जोगी कान मुद्रा, हम भूखण बनाए राखे। हमरे सिर केस, वहाँ योगी सिर जट है। जान के अजान, तुम काहे पए उधव जी। जो कि जुगत से वियोगी क्या घट है। प्रेम की सहेली पड़ी, ध्यान का आशा कर। ते लाज गई धीर गई, आपा बिसरानो सब। काल कछु नाम सुन, हमरो डरत है। सर्ब का वियोग है, यही सच्चा योग है। और क्या योगी कछ जहर खाए मरत है। तैसे ही भगत हिरदा राम जी हनुमान नाटक ग्रंथ विच रामचंद्र जी दे विछोड़े नूं समूह दुखां दी अवधि कथन करदे हन। सो इस भगत योग वैराग योग श्रेष्ठ ਹਨ। ਇਹ ਪਵਿੱਤਰ ਉਪਦੇਸ਼ ਸੁਣ ਕੇ ਉਸ ਦਾ ਮਨ ਬੜਾ ਪ੍ਰਸੰਨ ਹੋਇਆ। ਦਾਤੇ ਦੀ ਸੰਗਤ ਦੁਆਰਾ ਹਰੇਕ ਜੋੜ ਮੇਲੇ ਤੇ ਪੁੱਜ ਕੇ ਅਗਲੀਆਂ ਸਟੇਜਾਂ ਦਾ ਜਾਣੂ ਹੋ ਕੇ ਸੋਹਣੀ ਅਵਸਥਾ ਪ੍ਰਾਪਤ ਕਰ ਲਈ। ਭਾਈ ਮਨੀ ਸਿੰਘ ਸਾਰੋਬਾਦ, ਹੁਸ਼ਿਆਰਪੁਰ ਜ਼ਿਲ੍ਹੇ ਦੇ ਸਾਰੋਬਾਦ ਪਿੰਡ ਦਾ ਸਰਦਾਰ ਮਨੀ ਸਿੰਘ, ਜੋ ਅੱਜ ਕੱਲ ਸਾਮ 84 ਰਹਿੰਦਾ ਹੈ, ਪਰਿਵਾਰ ਸਮੇਤ ਸੰਤ ਜੀ ਮਹਾਰਾਜ ਦਾ ਪ੍ਰੀਤਵਾਨ ਹੈ। ਸਭ ਤੋਂ ਪਹਿਲਾਂ ਭਾਈ ਮਨੀ ਸਿੰਘ ਨੇ ਹਜ਼ੂਰ ਦਾ ਦੀਦਾਰ 1952 ਈਸਵੀ ਨੂੰ ਕਰਮਸਰ ਕੀਤਾ। ਫਿਰ ਦੂਜੀ ਵਾਰ ਕ੍ਰਿਸ਼ਨਪੁਰੇ ਤੇ ਸੰਤ ਸੋਹਣ ਸਿੰਘ ਨੂੰ ਨਾਲ ਲੈ ਕੇ 1954 ਵਿੱਚ ਕਰਮਸਰ ਪੁੱਜੇ। ਭੋਰੇ ਵਿੱਚ ਭਜਨ ਸਿਮਰਨ ਦੀ ਜੁਗਤੀ ਪੁੱਛੀ ਅਤੇ ਅੰਮ੍ਰਿਤਪਾਨ ਕੀਤਾ। ਆਪ ਜੀ ਨੇ ਅੰਮ੍ਰਿਤ ਵੇਲੇ ਦੀ ਸੰਭਾਲ ਦਾ ਉਪਦੇਸ਼ ਕੀਤਾ।
ਅੰਮ੍ਰਿਤ ਵੇਲਾ ਚਮਕਦੀ ਰੈਣ ਵਿੱਚ ਜਦੋਂ ਸੂਰਜ ਦਾ ਦੀਵਾ ਬੁਝਣ ਕਰਕੇ ਆਪਣੀ ਧਰਤੀ ਦੇ ਵਿਹੜੇ ਵਿੱਚ ਹਨੇਰਾ ਹੋਣ ਨਾਲ ਤਾਰੇ ਰੌਸ਼ਨ ਦੀਪ ਦਿਸਦੇ ਪਏ ਹੋਣ, ਕੁਦਰਤ ਦੀਆਂ ਮਜਲਸਾਂ ਗਰਮ ਹੋਣ, ਗੁੰਚੇ ਖਿੜਕੇ ਫੁੱਲ ਬਣਨ ਦੀ ਤਿਆਰੀ ਕਰ ਰਹੇ ਹੋਣ, ਖਾਲਸਾ ਰਸਕ ਸਿਪਾਹੀ ਤੂੰ ਉਦੋਂ ਉੱਠ ਕੇ ਬੈਠ। ਤੂੰ ਜਦੋਂ ਤੋਂ ਆਤਮਕ ਜਨਮ ਲਿਆ ਹੈ ਪਿੰਡੀ ਨਹੀਂ ਰਿਹਾ, ਬ੍ਰਹਮੰਡੀ ਹੋ ਗਿਆ ਹੈ। ਦੇਖ ਦੁਨੀਆ ਦੀ ਰੂਹਾਂ ਤੋਂ ਬਚ ਕੇ ਸ਼ੌਂਕ ਭਰਿਆ ਨਾਲ ਇੱਕ ਦੂਜੇ ਵੱਲ ਤੱਕਦੇ ਹੋਏ ਚਮਕਦੇ ਸਿਤਾਰੇ ਕੁਝ ਰਸਪਿੰਨੀਆਂ ਗੱਲਾਂ ਚੁੱਪ ਦੀ ਬੋਲੀ ਵਿੱਚ ਕਰ ਰਹੇ ਹਨ। ਉਹ ਡਲਕਦੇ ਨੈਣਾ ਨਾਲ ਤੇਰੀ ਵੱਲ ਤੱਕ ਰਹੇ ਹਨ। ਸਾਰੀ ਕੁਦਰਤ ਚੁੱਪ ਖੜੋਤੀ ਤੇਰੇ ਤੇ ਟਿਕ ਲਾਈ ਬੈਠੀ ਹੈ। ਤੂੰ ਆਪਣਾ ਇਲਾਹੀ ਨਗਮਾ ਛੇੜ, ਧੁਰ ਦੀ ਬਾਣੀ ਦਾ ਅਲਾਪ ਕਰ, ਪਰ ਕੋਈ ਨੀਂਦ ਦਾ ਝੂਟਾ ਨਾ ਆ ਜਾਵੇ, ਸੁਸਤੀ ਨਾ ਪਵੇ। ਪਹਿਲਾਂ ਇਸ਼ਨਾਨ ਕਰ ਲੈ, ਦਰਿਆਵਾਂ ਸਿਓ ਦੋਸਤੀ ਆਸ਼ਕਾਂ ਦੀ ਨਿਤਕਾਰ ਧੁਰੋਂ ਚੱਲੀ ਆਈ ਹੈ। ਇਸ਼ਨਾਨ ਕਰ ਤੇ ਗਾਉਣ ਲੱਗ ਜਾ, ਰਸ ਲੈ ਤੇ ਕੁਦਰਤ ਨੂੰ ਰਸ ਦੇ। ਤਾਰਿਆਂ ਤੋਂ ਇੰਤਜ਼ਾਰ ਤੇ ਬਿਹਵਲਤਾ, ਦਰਖਤਾਂ ਪਹਾੜਾਂ ਤੋਂ ਟਿਕਾਊ, ਫੁੱਲਾਂ ਤੋਂ ਖੇੜੇ ਤੇ ਦਰਿਆਵਾਂ ਤੋਂ ਨਿਸ਼ਾਨੇ ਵੱਲ ਬਹਿਣਾ ਸਿੱਖ। ਉਹਨਾਂ ਤੋਂ ਫੌਜ ਲੈ ਤੇ ਗੁਰੂ ਦੀ ਬਖਸ਼ੀ ਹੋਈ ਬਾਣੀ ਦਾ ਫੈਜ਼ ਉਹਨਾਂ ਨੂੰ ਦੇ। ਟਿਕਿਆ ਰਹਿ ਜਦ ਤੱਕ ਪੌ ਨਾ ਫੁੱਟੇ, ਕਿਰਨ ਨਾ ਚਮਕੇ ਅਤੇ ਚਿੜੀਆਂ ਰੌਲਾ ਨਾ ਪਾਉਣ। ਸ੍ਰਿਸ਼ਟੀ ਦਾ ਜ਼ਰਾ ਜ਼ਰਾ ਤਰੱਕੀ ਵਾਧੇ ਲਈ ਯਤਨ ਕਰਦਾ ਨਜ਼ਰ ਆ ਰਿਹਾ ਹੈ ਤੇ ਹਰ ਇੱਕ ਆਪਣੇ ਆਦਰਸ਼ ਦੀ ਪ੍ਰਾਪਤੀ ਲਈ ਵਿੱਤ ਅਨੁਸਾਰ ਕੀਮਤ ਅਦਾ ਕਰਨ ਲਈ ਤਤਪਰ ਦਿਸਦਾ ਹੈ। ਸਿੱਪੀਆਂ ਮੋਤੀ ਪੈਦਾ ਕਰਨ ਲਈ ਸਾਲਾਂ ਬੱਧੀ ਸਮੁੰਦਰ ਦੀਆਂ ਲਹਿਰਾਂ ਵਿੱਚ ਥਪੇੜੇ ਖਾਂਦੀਆਂ ਹਨ। ਕੰਧਾਂ ਤੇ ਕੰਘੀ ਸੁੰਦਰੀ ਦੀ ਜ਼ੁਲਫ ਵਿੱਚ ਫਿਰਨ ਲਈ, ਤਨ ਚਰਵਾਉਂਦੇ ਤੇ ਮਹਿੰਦੀ ਰੰਗਲੀ ਹੋਣ ਲਈ ਆਪਾ ਪਸੰਦੀ ਚਲੀ ਆ ਰਹੀ ਹੈ। ਇਉਂ ਸਾਰੇ ਹੀ ਤਰੱਕੀ ਦਾ ਯਤਨ ਕਰਦੇ ਆ ਰਹੇ ਹਨ। ਤੂੰ ਵੀ ਮਨੁੱਖਾ ਦੇ ਧਾਰਨ ਕੀਤੀ ਹੈ, 84 ਲੱਖ ਜੂਨ ਦਾ ਬਾਦਸ਼ਾਹ ਹੈ। ਤਰੱਕੀ ਦੇ ਰਸਤੇ ਪਰ ਚੱਲ ਕੇ ਇਸ ਨੂੰ ਸਫਲਿਆਂ ਕਰਨ ਦਾ ਯਤਨ ਕਰ ਆਦ। ਫਿਰ ਜਦੋਂ ਦੁਬਲਾਣ ਦੀ ਧਰਤੀ ਨੂੰ ਭਾਗ ਲੱਗੇ ਤਾਂ ਲਗਾਤਾਰ ਕਈ ਸਾਲ ਦਰਸ਼ਨ ਕਰਦਾ ਅਤੇ ਉਪਦੇਸ਼ ਸੁਣਦਾ ਰਿਹਾ। ਇਸੇ ਦੌਰਾਨ ਤਿੰਨ ਵਾਰੀ 40 ਦਿਨਾਂ ਵਿੱਚ 1.25 ਲੱਖ ਮੂਲ ਮੰਤਰ ਦਾ ਜਾਪ ਕੀਤਾ। ਆਰਥਿਕ ਹਾਲਤ ਕਮਜ਼ੋਰ ਸੀ। ਦਾਤੇ ਨੇ ਮਾਇਕੀ ਪਦਾਰਥ ਵੀ ਬਖਸ਼ ਦਿੱਤੇ ਅਤੇ ਸੰਤ ਜੀ ਮਹਾਰਾਜ ਦੀ ਕਿਰਪਾ ਨਾਲ 2 ਲੜਕੀਆਂ ਤੋਂ ਬਾਅਦ ਲੜਕੇ ਦਾ ਜਨਮ ਹੋਇਆ। ਹਜ਼ੂਰ ਦੀ ਰਸਨਾ ਤੋਂ ਨਾਮ ਕੁਲਜੀਤ ਸਿੰਘ ਰੱਖਿਆ। ਹਰੇਕ ਜੋੜ ਮੇਲੇ ਤੇ ਕਰਮਸਰ ਜਾਣਾ ਤੇ ਦੀਵਾਨ ਸੁਣਨਾ। ਪਰਿਵਾਰ ਨੂੰ ਅੰਮ੍ਰਿਤਪਾਨ ਕਰਵਾ ਕੇ ਨਾਮਦਾਨ ਦਿਵਾਇਆ। ਮਾਸ ਸ਼ਰਾਬ ਦਿੱਤਾ। ਪਹਿਲਾਂ ਤੋਂ ਹੀ ਤਿਆਗੀ ਸਨ। ਇਹਨਾਂ ਦੁਆਰੇ ਹੋਰ ਵੀ ਬਹੁਤ ਸਾਰੇ ਦਾਤੇ ਦੇ ਪ੍ਰੇਮੀ ਬਣੇ, ਜਿਹਾ ਕਿ ਭਾਈ ਅਵਤਾਰ ਸਿੰਘ ਸਾਰੋਬਾਦ ਪਿੰਡ ਜ਼ਿਲ੍ਹਾ ਹੁਸ਼ਿਆਰਪੁਰ ਦਾ ਸਰਦਾਰ ਅਵਤਾਰ ਸਿੰਘ ਵੀ ਮਹਾਂਪੁਰਸ਼ਾਂ ਦਾ ਅਤਿਅੰਤ ਪ੍ਰੀਤਵਾਨ ਸੀ। ਇਸ ਨੇ ਸਭ ਤੋਂ ਪਹਿਲਾਂ 1966 ਈਸਵੀ ਦੇ ਵਿੱਚ ਨਵੰਬਰ ਮਹੀਨੇ ਸਾਰਿਆਂ ਦੀ ਪ੍ਰੇਰਨਾ ਨਾਲ ਫਿਲੌਰ ਆ ਕੇ ਇੱਕ ਦੀਵਾਨ ਸੁਣਿਆ। ਦਰਸ਼ਨ ਕਰਨ ਸਾਰ ਅੰਦਰ ਧੂ ਪਈ। ਫਿਰ ਅਗਲੇ ਮਹੀਨੇ 14 ਦਸੰਬਰ ਨੂੰ ਪਰਿਵਾਰ ਸਮੇਤ ਕਰਮਸਰ ਦਾ ਦਰਸ਼ਨ ਕੀਤਾ। ਭਾਈ ਮਨੀ ਸਿੰਘ, ਸਰਦਾਰ ਅਵਤਾਰ ਸਿੰਘ, ਇਸ ਦੇ ਘਰੋਂ ਬੀਬੀ ਗੁਰਮੇਜ ਕੌਰ ਤੇ ਇਹਨਾਂ ਦੀ ਬੱਚੀ ਬੀਬੀ ਇੰਦਰਪਾਲ ਕੌਰ ਤੇ ਦੁਆਬੇ ਦੇ ਬਹੁਤ ਸਾਰੇ ਪ੍ਰੇਮੀ ਭੋਰੇ ਦੀ ਸੀਮਾ ਅੰਦਰ ਹਜ਼ੂਰ ਦੇ ਚਰਨਾਂ ਵਿੱਚ ਹਾਜ਼ਰ ਹੋਏ। ਸਾਰਿਆਂ ਨੇ ਭਾਈ ਅਵਤਾਰ ਸਿੰਘ ਦੀ ਜ਼ਿੰਦਗੀ ਤੇ ਤਰਸ ਕਰਕੇ ਦਾਤੇ ਦੇ ਪਾਸ ਅਰਜ਼ ਕੀਤੀ। ਘਰਵਾਲੀ ਨੇ ਕਿਹਾ, ਮਹਾਰਾਜ ਹਰ ਸਮੇਂ ਸ਼ਰਾਬ ਵਿੱਚ ਗੁੱਟ ਰਹਿੰਦੇ ਹਨ। ਹਰ ਮਹੀਨੇ ਵਿੱਚ ਪਤਾ ਨਹੀਂ ਕਿਤਨੇ ਹਜ਼ਾਰ ਰੁਪਇਆ ਇਸ ਕੌੜੇ ਪਾਣੀ ਵਾਂਗ ਰੋੜ ਦਿੰਦੇ ਹਨ। ਆਪਣੀ ਪਾਰਟੀ ਵਿੱਚ ਬੈਠੇ ਰਾਹਾਂ ਤੇ ਆਉਂਦੇ ਜਾਂਦੇ ਵਾਕਫ ਨੂੰ ਆਵਾਜ਼ਾਂ ਮਾਰ ਕੇ ਪਿਲਾਈ ਜਾਂਦੇ ਹਨ। ਹਜ਼ੂਰ ਇਸ ਵੱਲ ਦੇਖ ਕੇ ਮੁਸਕਰਾ ਰਹੇ ਸਨ। ਸੰਤ ਜੀ ਬੋਲੇ, ਕਿਉਂ ਵੀ ਅਵਤਾਰ ਸਿੰਘ, ਇਹ ਠੀਕ ਹੈ? ਇਸ ਨੇ ਅਰਜ਼ ਕੀਤੀ, ਹਾਂ ਮਹਾਰਾਜ, ਜੋ ਕੁਝ ਕਹਿ ਰਹੇ ਹਨ ਹੈ ਤਾਂ ਠੀਕ, ਪਰ ਨਾ ਚਾਹਣ ਦੇ ਬਾਵਜੂਦ ਵੀ ਛੁੱਟਦੀ ਨਹੀਂ। ਮੈਂ ਤਾਂ ਕੰਬਲੀ ਨੂੰ ਛੱਡਣਾ ਚਾਹੁੰਦਾ ਹਾਂ, ਪਰ ਹੁਣ ਕੰਬਲੀ ਮੈਨੂੰ ਨਹੀਂ ਛੱਡਦੀ।
ਸੰਤ ਜੀ ਮਹਾਰਾਜ ਬੋਲੇ ਕਿ ਇਹ ਤਾਂ ਜੀਵ ਦੀਆਂ 7 ਕੁੱਲਾਂ ਦਾ ਨਾਸ਼ ਕਰ ਦਿੰਦੀ ਹੈ। ਦੋਹਰਾ ਮਦਰਾ ਦਹਿਤਾ ਸਪਤ ਕੁੱਲ, ਭੰਗ ਦਹੈ ਤਨ ਏਕ, ਜਗਤ ਝੂਠ ਸਤ ਕੁੱਲ ਦਹੈ, ਨਿੰਦਾ ਦਹੈ ਅਨੇਕ। ਭਾਵ ਇਸ ਦੇ ਪੀਣ ਸਮਾਨ ਹੋਰ ਕੋਈ ਵੱਡਾ ਪਾਪ ਨਹੀਂ ਤੇ ਇਸ ਦੇ ਦੂਰ ਰਹਿਣ ਦੇ ਤੁੱਲ ਕੋਈ ਪੁੰਨ ਨਹੀਂ ਹੈ। ਮਦਪਾਨ ਸਮਾਨ ਨਾ ਪਾਪ ਪਰੇ, ਨਹਿ ਭੂਤ ਭਵਿੱਖਿਅਤ ਮੈਂ ਉਚਰੇ। ਮਦ ਤਿਆਗ ਸਮਾਨ ਨਾ ਪੁੰਨ ਕਹੂੰ, ਨਹਿ ਭੂਤ ਵਿਖੈ ਨਾ ਭਵਿਤ ਹੂੰ। ਅਤੇ ਮਾਸ ਬਾਬਤ ਤਿਉ ਲਿਖਿਆ, ਸਤ ਕਰਤਾ ਉਪਦੇਸ਼ਤਾ, ਉਪਕਾਰੀ ਅਨੁਮੰਤ, ਘਾਤਕ ਸਵਾਦਕ ਖਸ਼ਟ ਇਹ ਅਗ ਸਭ ਭਾਗੀ ਜੰਤ। ਭਾਵ ਮਾਸ ਨੂੰ ਮੰਗਾਉਣ ਵਾਸਤੇ ਪਹਿਲਾਂ ਸਲਾਹ ਦੇਣ ਵਾਲਾ ਕਿ ਅੱਜ ਬੜੀ ਠੰਡ ਹੈ, ਦੂਜਾ ਉਪਦੇਸ਼ ਕਰਦਾ ਹੈ ਕਿ ਮਾਸ ਖਾਈਏ, ਤੀਜਾ ਪੈਸੇ ਦੇਣ ਵਾਲਾ, ਚੌਥਾ ਲਿਆਉਣ ਵਾਲਾ, ਪੰਜਵਾਂ ਮਾਰਨ ਤੇ ਬਣਾਉਣ ਵਾਲਾ, ਛੇਵਾਂ ਸਵਾਦ ਦੇਖਣ ਵਾਲਾ। ਇਹਨਾਂ 6 ਨੂੰ ਇੱਕੋ ਜਿਹਾ ਪਾਪ ਲੱਗਦਾ ਹੈ। ਰਕਤ ਬਿੰਦ ਕਰ ਸੰਭਵ ਹੈ, ਜੋ ਨਰ ਪੁੰਚਿਤ ਮਾਸ, ਨਰਕ ਪਰੇ ਨਿਕਸੇ ਨਹੀਂ, ਯਾਵਤ ਇੰਦ ਵਿਵਾਸ। ਇਸ ਦਾ ਨਾਮ ਹੈ ਸ਼ਰਾਬ, ਜੋ ਫਾਰਸੀ ਦਾ ਲਫ਼ਜ਼ ਹੈ ਸ਼ਰ ਪਲਸ ਆਬ। ਭਾਗ ਸਰ ਸ਼ਰਾਰਤ ਦਾ, ਆਬ ਪਾਣੀ। ਇਸ ਦੇ ਅੰਦਰ ਗਿਆ ਮਨੁੱਖ ਸੁੱਤੀਆਂ ਕੁੱਲਾਂ ਜਗਾ ਲੈਂਦਾ ਹੈ, ਪਿਓ ਪੁੱਤਰ ਨੂੰ ਮਾਰ ਦਿੰਦਾ ਹੈ, ਭਰਾ ਭਰਾ ਦਾ ਦੁਸ਼ਮਣ ਬਣ ਜਾਂਦਾ ਹੈ, ਜਿਸ ਦਾ ਨਤੀਜਾ ਜੇਲ੍ਹ ਦੀਆਂ ਕਾਲ ਕੋਠੜੀਆਂ ਵਿੱਚ ਸੋਹਣੀਆਂ ਜਵਾਨੀਆਂ ਗਾਲ ਲੈਂਦਾ ਹੈ। ਗੁਰੂ ਨਾਨਕ ਜੀ ਪਾਸ ਬਾਬਰ ਬਾਦਸ਼ਾਹ ਵੱਲੋਂ ਬੇਨਤੀ ਕੀਤੀ, ਨਾ ਮੈਖਾਨੇ को देखना चाहिए, चश्म हकारत में के होती है यहाँ से बेखुदी की इबदता भावा। अर्थात शराब खाने ਨੂੰ ਕਰਨਾ ਨਹੀਂ ਕਰਨੀ ਚਾਹੀਦੀ, ਕਿਉਂਕਿ ਮਸਤੀ ਇੱਥੋਂ ਹੀ ਜਨਮ ਲੈਂਦੀ ਹੈ। ਗੁਰੂ ਸਾਹਿਬ ਦਾ ਉੱਤਰ ਹੈ, ਮੁਨਾਸਿਬ ਹੈ ਯਹੀ ਤਰਕੇ मैं अंगूर का शाह, हमरे जाम से अब थोड़ी सी मंजूर कर शाह। ਭਾਵ ਗੁਰੂ ਜੀ ਕਹਿੰਦੇ ਨੇ ਉਚਿਤ ਹੀ ਹੈ ਕਿ ਤੁਸੀਂ ਇਸ ਮਤ ਨਾਸੀ ਸ਼ਰਾਬ ਦਾ ਖਹਿੜਾ ਛੱਡ ਕੇ ਸਾਰੇ ਰੂਹਾਨੀ ਪਿਆਲੇ ਚੋਂ ਨਾਮ ਖੁਮਾਰੀ ਦੀਆਂ 2 ਘੁੱਟਾਂ ਭਰ ਕੇ ਦੇਖੋ। ਇੱਕ ਤਰਫ ਮੰਜ਼ਿਲ ਕੀ ਬੁਨਿਆਦ ਜਿਮੀ ਕੇ ਫਰਸ਼ ਪਰ, ਇੱਕ ਤਰਫ ਇੱਕ ਮਰਦ ਕਮਾਲ ਕੀ ਨਿਗਾਹੇ ਅਰਸ਼ ਪਰ। ਭਾਵ ਮੁਲਾਕਾਤ ਕਰਨ ਸਮੇਂ ਇੱਕ ਪਾਸੇ ਬਾਬਰ ਦੀ ਅਲਪਕਾਲਕ ਸਿਕੰਦਰੀ ਸ਼ਾਨ ਸੀ ਅਤੇ ਦੂਜੇ ਪਾਸੇ ਪੂਰਨ ਪੁਰਖ ਸਥਾਈ ਅੰਬਰੀ ਜਲਾਲ ਪ੍ਰਕਾਸ਼ਮਾਨ ਸੀ। ਨਾਮ ਖੁਮਾਰੀ ਦੇ ਆਸ਼ਿਕ ਗੁਰੂ ਜੀ ਬਾਬਰ ਦੇ ਸ਼ਾਹੀ ਮਨ ਦੀ ਸਕਰੀਨ ਤੇ ਅੰਗੂਰ ਪਾਣੀ ਦੀ ਹਕੀਕਤ ਪ੍ਰਕਾਸ਼ ਕਰਦੇ ਫਰਮਾਉਂਦੇ ਹਨ। यह परी शीशे में जहरी नाग से कुछ कम नहीं, शक्ल पानी की है लेकिन आग से कुछ कम नहीं। ਨਾਲ ਹੀ ਗੁਰੂ ਜੀ ਨਾਮ ਖੁਮਾਰੀ ਦੀ ਮਸਤੀ ਦੱਸਦੇ ਹਨ, मैंने जो पी है क्यामत तक उतर नहीं सकती। पोस्त भंग अफीम मद उतर जाए प्रभात, नाम खुमारी नानका चढ़ी रहे दिन रात। ਉਸ ਦੇ ਔਗਣ ਦੱਸ ਕੇ ਹਜ਼ੂਰ ਨੇ ਵੀ ਬਹੁਤ ਸਾਰੇ ਬਚਨ ਕਹੇ ਕਿ ਜੋ ਜਵਾਨੀ ਵਿੱਚ ਮਾੜੇ ਕੰਮ ਤੋਂ ਤੋਬਾ ਕਰਦਾ ਹੈ ਉਹ ਪੈਗੰਬਰੀ ਦਾ ਰੁਤਬਾ ਪਾਉਂਦਾ ਹੈ। ਵਕਤ ਪੀਰੀ ਬੁੱਢਾ ਹੋ ਕੇ ਤਾਂ ਖੁੰਖਾਰ ਭੇੜੀਆ ਵੀ ਸਾਊ ਬਣ ਜਾਂਦਾ ਹੈ। ਦਰ ਜਵਾਨੀ ਤੋਬਾ ਕਰਦਨ ਸਿਵਾਏ ਪੈਗੰਬਰੀ, ਵਕਤ ਪੀਰੀ ਗੁਰਗ ਜਾਲਮ ਮੇ ਸ਼ਬਦ ਪਰਹੇਜ਼ਗਾਰ। ਪਰ ਇਸ ਦੇ ਪ੍ਰਪੱਕ ਸੰਸਾਰਾਂ ਨੇ ਮਨ ਵਿੱਚ ਅਸਰ ਨਹੀਂ ਹੋਣ ਦਿੱਤਾ। ਸੰਤ ਜੀ ਮਹਾਰਾਜ ਬੋਲੇ, ਚੰਗਾ ਅੱਜ ਤੋਂ ਇਸ ਦੇ ਨੇੜੇ ਨਾ ਜਾਵੀਂ, ਅਗਲੇ ਮਹੀਨੇ ਆ ਕੇ ਅੰਮ੍ਰਿਤ ਛਕ ਕੇ ਨਾਮ ਦੀ ਦਾਤ ਪ੍ਰਾਪਤ ਕਰ, ਜਿਸ ਕਰਕੇ ਮਨੁੱਖਾ ਜਨਮ ਸਫਲਾ ਹੋਵੇ। ਇਸ ਨੇ ਕੋਈ ਉੱਤਰ ਨਾ ਦਿੱਤਾ। ਬਚਨ ਦਾ ਬੱਧਾ ਸਿਰ ਝੁਕਾ ਕੇ ਬਿਨਾਂ ਬੋਲਿਆਂ ਸਾਥੀਆਂ ਸਮੇਤ ਬਾਹਰ ਆ ਗਿਆ ਅਤੇ ਮਨ ਬਣਾ ਲਿਆ ਕਿ 1 ਮਹੀਨੇ ਨੂੰ ਅੰਮ੍ਰਿਤ ਛਕਣ ਦੀ ਆਗਿਆ ਹੋਈ ਹੈ, ਫਿਰ ਤਾਂ ਸਭ ਕੁਝ ਛੱਡਣਾ ਪਏਗਾ। ਪਰ ਇਹਨਾਂ 30 ਦਿਨਾਂ ਵਿੱਚ ਹੀ ਸਾਰੀ ਪਿਛਲੀ ਕਸਰ ਕੱਢ ਲਵਾਂ। 15 ਦਸੰਬਰ ਵਾਲੇ ਦਿਨ ਪਰਿਵਾਰ ਨੂੰ ਜਲੰਧਰ ਛਾਉਣੀ ਤੋਂ ਪਿੰਡ ਭੇਜ ਦਿੱਤਾ। ਆਪ ਜਲੰਧਰ ਸ਼ਹਿਰ ਸਟੇਸ਼ਨ ਦੇ ਸਾਹਮਣੇ ਪੁਰਾਣੇ ਬੱਸ ਅੱਡੇ ਕੋਲ ਆਪਣੇ ਪੁਰਾਣੇ ਪੱਕੇ ਅੱਡੇ ਤੇ ਸਟੈਂਡਰਡ ਹੋਟਲ ਵਿੱਚ ਜਾ ਬੈਠਾ। ਕਿਸੇ ਸਿਆਣੇ ਫਕੀਰ ਨੇ ਆਪਣੇ ਖਿਆਲ ਪ੍ਰਗਟ ਕੀਤੇ ਹਨ, तपदिक हो, सिल हो, बुखार हो, चाहे कितनी जान अजाब हो, मगर मैं ए खुदाए दो जहां ना किसी को शौक शराब हो।
ਕਿਸੇ ਨੇ ਰਾਖਸ਼ੀ ਖਾਣਾ ਮੰਗਵਾਇਆ ਹੈ। ਜਦੋਂ ਬੋਤਲ ਦਾ ਕਾਕ ਖੁੱਲਿਆ, ਹਜੇ ਗਲਾਸ ਵਿੱਚ ਨਹੀਂ ਸੀ ਪਾਈ, ਤਾਂ ਦਰਵਾਜ਼ੇ ਵਿੱਚ ਹਨੇਰਾ ਜਿਹਾ ਪ੍ਰਤੀਤ ਹੋਇਆ। ਜਦੋਂ ਬੂਹੇ ਵੱਲ ਝਾਤ ਮਾਰੀ ਤਾਂ ਨੀਵੇਂ ਚੋਲੇ ਵਿੱਚ ਦਿਵ ਸਰੂਪ ਸੰਤ ਜੀ ਮਹਾਰਾਜ ਦਾ ਦਰਸ਼ਨ ਹੋਇਆ, ਜਿਸ ਵੱਲ ਤੱਕ ਕੇ ਕੁਝ ਮੁਸਕਰਾਹਟ ਦੇ ਰੰਗ ਵਿੱਚ ਝਾੜਾਂ ਪਾ ਰਹੇ ਸਨ ਕਿ ਬਸ ਹਜੇ ਤਾਂ ਬਚਨ ਕੀਤੇ 8 ਪਹਿਰ ਵੀ ਨਹੀਂ ਹੋਏ। ਇਹ ਮੰਜ਼ਿਲ ਤਾਂ ਬੜੀ ਦੂਰ ਹੈ। ਕੱਲ ਪ੍ਰਣ ਕਰਕੇ ਆਇਆ ਸਾਂ, ਪਰ ਆਹ ਕੀ ਕਰਤੂਤ ਕਰਨ ਲੱਗਾ ਹੈ। ਇਹ ਭੈਭੀਤ ਹੋਇਆ ਸ਼ਰਮ ਨਾਲ ਪਾਣੀ ਪਾਣੀ ਹੋ ਕੇ ਕੁਰਸੀ ਤੋਂ ਉੱਠਿਆ। ਜਦੋਂ ਦਰਵਾਜ਼ੇ ਵੱਲ ਗਿਆ, ਉੱਥੇ ਕੁਝ ਵੀ ਨਾ। ਮਨ ਦਾ ਭਰਮ ਜਾਣ ਕੇ ਫਿਰ ਉਸੇ ਜਗ੍ਹਾ ਆ ਬੈਠਾ। ਗਲਾਸ ਵਿੱਚ ਪਾਉਣ ਸਮੇਂ ਉਹ ਸੀਨ ਫੇਰ ਦਿਸਿਆ ਤੇ ਫਟਕਾਰਾਂ ਸੁਣੀਆਂ। ਜਦੋਂ ਫੇਰ ਦੇਖਿਆ, ਉੱਥੇ ਕੁਝ ਵੀ ਨਾ ਡਿੱਠਾ। ਤੀਜੀ ਵਾਰ ਕੁਰਸੀ ਤੇ ਬੈਠ ਪਹਿਲਾਂ ਵਾਂਗ ਫੇਰ ਬੋਤਲ ਦਾ ਕਾਕ ਖੁੱਲਿਆ ਤਾਂ ਫੇਰ ਉਹੀ ਸਰੂਪ ਸਾਹਮਣੇ, ਵਿਅੰਗ ਹਾਸਾ ਤੇ ਉੱਚੀ ਆਵਾਜ਼ ਨਾਲ ਝਾੜਾਂ। ਫੇਰ ਤਾਂ ਇਸ ਨੂੰ ਕੁਝ ਭੈ ਵੀ ਲੱਗਿਆ ਤੇ ਉਸੇ ਸਮੇਂ ਆਪਣੀ ਕੀਤੀ ਤੇ ਪਛਤਾਪ ਕਰਦੇ ਨੇ ਸਭ ਕੁਝ ਮੋੜ ਦਿੱਤਾ। ਆਪ ਵੈਸ਼ਨੂੰ ਨੂੰ ਭੋਜਨ ਛਕ ਕੇ ਹੋਟਲ ਚੋਂ ਬਾਹਰ ਆਇਆ। 1 ਮਹੀਨੇ ਤੋਂ ਬਾਅਦ 9 ਮਾਘ ਦੇ ਸਾਲਾਨਾ ਜੋੜ ਮੇਲੇ ਤੇ ਆਇਆ। 25 ਜਨਵਰੀ 1967 ਈਸਵੀ ਨੂੰ ਅੰਮ੍ਰਿਤਪਾਨ ਕਰ ਨਾਮ ਜਾਪ ਦੀ ਜੁਗਤੀ ਪੁੱਛੀ। ਫਿਰ ਤਾਂ ਹਰੇਕ ਸੰਗਰਾਂਦ ਨੂੰ ਹੀ ਪਰਿਵਾਰ ਸਮੇਤ ਦਰਸ਼ਨ ਕਰਦਾ ਰਿਹਾ। 1-2 ਵਾਰ ਆਏ ਨੂੰ ਨਾਲ ਹੀ ਸੰਗਤ ਨੇ ਪ੍ਰੇਰਿਆ ਕਿ ਤੁਸੀਂ ਬੱਚੇ ਵਾਸਤੇ ਬੇਨਤੀ ਕਰੋ, ਪਰ ਇਹਨਾਂ ਨੇ ਇਹੋ ਜਿਹੀ ਤੁੱਛ ਮੰਗ ਆਪਣੇ ਵਾਸਤੇ ਚੰਗੀ ਨਾ ਸਮਝੀ। ਘਰ ਵਾਲੀ ਨੇ ਆਪਣੀ ਲੜਕੀ ਤੋਂ ਅਰਜ਼ ਕਰਵਾਈ ਤਾਂ ਹਜ਼ੂਰ ਦੇ ਬਚਨਾਂ ਦੁਆਰਾ 1967 ਈਸਵੀ ਨੂੰ 27 ਦਸੰਬਰ ਵਾਲੇ ਦਿਨ ਬੀਬੀ ਇੰਦਰਪਾਲ ਕੌਰ ਦੇ ਘਰ ਲੜਕੇ ਦਾ ਜਨਮ ਹੋਇਆ। ਇਸ ਦਾ ਸਾਰਾ ਪਰਿਵਾਰ ਸੰਤ ਜੀ ਦਾ ਸ਼ਰਧਾਲੂ ਹੈ। ਹਜ਼ੂਰ ਦੀ ਰਚਨਾ ਤੋਂ ਜਗਦੀਪ ਸਿੰਘ ਨਾਮ ਰਖਵਾਇਆ। ਇਹ ਬੀਤ ਚੁੱਕੀ ਦਾ ਪਛਤਾਵਾ ਕਰਦਿਆਂ ਦੇਖ ਆਪ ਜੀ ਬੋਲੇ, ਰਹਿੰਦੀ ਦਾ ਫਿਕਰ ਕਰ, ਇਹ ਸਮਾਂ ਬੜੀ ਕੀਮਤੀ ਹੈ। ਦੁਰਲੱਭ ਸਮਾਂ ਭਾਦੋਂ ਦਾ ਮਹੀਨਾ ਸੀ। ਦਰਿਆ ਕਾਂਗ ਆਈ ਤੇ ਕੱਪਰ ਪੈ ਰਹੇ ਸਨ। ਮਲਾਹ ਨੇ ਮਾਲ ਦੀ ਭਰੀ ਹੋਈ ਬੇੜੀ ਵਿੱਚ ਠੇਲ ਦਿੱਤੀ। ਪਾਣੀ ਦਾ ਜ਼ੋਰ ਪਿਆ, ਵੰਝ ਦੀ ਕੋਈ ਪੇਸ਼ ਨਾ ਗਈ। ਚੁੱਪੂ ਚੁੱਪ ਹੋ ਗਏ। ਕੱਪਰਾਂ ਨੇ ਕਿਸ਼ਤੀ ਉਲਟਾ ਦਿੱਤੀ। ਬੇੜੀ ਡੋਬ ਮੁਹਾਣਾ ਤਰਕੇ ਪਾਰ ਜਾ ਲੱਗਾ, ਪਰ ਜਾਂਦੇ ਜਾਂਦੇ ਹੱਥੀਂ ਇੱਕ ਆਏ ਦੀ ਭਰੀ ਹੋਈ ਖਲੜੀ ਲੱਗ ਗਈ, ਜਿਸ ਨੂੰ ਨਾਲ ਖਿੱਚ ਕੰਧੀ ਤੇ ਲੈ ਪੜਿਆ। ਜਿਹੜਾ ਕਿਸ਼ਤੀ ਡੁੱਬੀ ਦੀ ਗੱਲ ਸੁਣੇ ਅਫਸੋਸ ਕਰੇ, ਪਰ ਰੋਟੀ ਪੱਕਦੀ ਤੱਕ ਆਏ ਦੀ ਭਰੀ ਖਲੜੀ ਦੀ ਬਚ ਜਾਣ ਦੀ ਵਧਾਈ ਵੀ ਮਲਾਹ ਨੂੰ ਦੇਵੇ। ਜੇਠ ਹਾੜ ਦੀਆਂ ਗਰਮੀਆਂ, ਕੋਠਿਆਂ ਤੇ ਮੰਜੀਆਂ। ਅੱਧੀ ਰਾਤ ਮਗਰੋਂ ਕਿਤੇ ਦੂਰ ਕਣੀਆਂ ਪੈਣ ਕਰਕੇ ਠੰਡੀ ਹਵਾ ਦੇ ਬੁੱਲੇ ਆਏ। ਸਾਧ ਸੌਂ ਗਏ ਅਤੇ ਚੋਰ ਜਾਗ ਉੱਠੇ। ਕਿਤੇ ਸੰਨ ਲੱਗੀ, ਕਿਸੇ ਕਿਸਾਨ ਦੇ ਸਾਰੇ ਪਸ਼ੂ ਨਿਕਲ ਗਏ, ਪਰ ਪਿੱਛੇ ਰਹਿ ਗਈ ਕੱਟੀ ਦੇ ਪਿਆਰ ਵਿੱਚ ਡਿੰਗਦੀ ਹੋਈ ਇੱਕ ਮੱਝ। ਜਾਗ ਕੇ ਮਾਲਕਾਂ ਨੇ ਛੁਡਾ ਲਈ। ਲੋਕੀ ਭਾਵੇਂ ਗਏ ਮਾਲ ਦਾ ਅਫਸੋਸ ਤਾਂ ਕਰਨ, ਪਰ ਬਚ ਰਹੀ ਮੱਝ ਨੂੰ ਵੀ ਗਨੀਮਤ ਜਾਣ ਰੱਬ ਦਾ ਸ਼ੁਕਰ ਕਰਨ। ਦੀਵਾਲੀ ਤੇ ਆਈ ਆਤਿਸ਼ਬਾਜ਼ੀ ਚਲਾਉਂਦਿਆਂ ਹੋਇਆਂ ਕਿਸੇ ਪਹਾੜੀਏ ਦੇ ਮਾਸੂਮ ਬੱਚੇ ਨੇ ਹਵਾਈ ਉਤਾਹ ਨੂੰ ਸੁੱਟੀ। ਉਹ ਛੱਪਰ ਵਿੱਚ ਆ ਵੱਜੀ। ਫੂਸ ਨੂੰ ਅੱਗ ਲੱਗ ਗਈ। ਲੋਕਾਂ ਦੇ ਪਾਣੀ ਲੈ ਪਹੁੰਚਣ ਤੋਂ ਪਹਿਲਾਂ ਹਵਾ ਦੀ ਭੜਕਾਈ ਹੋਈ ਅੱਗ ਨੇ ਲੱਕੜ ਦਾ ਸਾਰਾ ਘਰ ਫੂਕ ਦਿੱਤਾ। ਪਰ ਸੁਆਣੀਆਂ ਨੇ ਇੰਨੇ ਨੂੰ ਕੁਝ ਭਾਂਡੇ ਟਿੰਡੇ ਤੇ ਲੀੜੇ ਤਾਂ ਬਚਾ ਲਏ, ਪਰ ਇਸੇ ਤਰ੍ਹਾਂ ਦੀ ਗੁਨਾਹ ਵਿੱਚ ਬੀਤ ਚੁੱਕੀ ਉਮਰ ਦੇ ਆਖਰੀ ਸਵਾਸਾਂ ਨੂੰ ਪ੍ਰਭੂ ਦੀ ਚਰਨ ਸ਼ਰਨ ਵਿੱਚ ਸਫਲਾ ਕਰ ਲੈਣ ਦੀ ਤਾਕੀਦ ਭਾਈ ਗੁਰਦਾਸ ਜੀ ਵੀ ਕਰਦੇ ਹਨ। ਜੈਸੇ ਨਾ ਡੂਬਤ ਸੇ ਜੋਈ ਬਚੇ ਸੋਈ ਭਲੇ, ਡੂਬ ਜਾਏ ਪਾਛੇ ਪਛਤਾਵਾ ਰਹਿ ਜਾਤ ਹੈ। जैसे घर लागे आग जोई बचे सोई भलो जल बुझे, पाछे कछु बसना बसात है। जैसे घर लागे चोर जोई बचे सोई भलो, सोए गायो रीतो कर देखे उठ प्रात है। तैसे अंतकाल गुरु चरण शरण आवे, पावे मुख पदवी नतर बिलात है। तोबा सदक दिलों होवे बार बार न टुटे। बदली देख बदलन वाली नीयत ना होवे। मन विच कपट रख, अखां तो वगाए होए हंझू मनुख नूं तां भरमा सकदे हन, पर मालक अगे कुछ पेश नहीं जांदी।
ਸੋ ਜਿਤਨੀ ਜ਼ਿੰਦਗੀ ਪਿੱਛੇ ਬੀਤ ਚੁੱਕੀ ਹੈ ਉਸ ਨੂੰ ਪਛਤਾਉਣ ਦੀ ਲੋੜ ਨਹੀਂ, ਅਗਲੀ ਨੂੰ ਸੰਭਾਲ ਲਵੋ, ਇਹੋ ਹੀ ਗਨੀਮਤ ਹੈ। ਅਤੇ ਸਾਫ ਫਿਰਦੇ ਨਾਲ ਗੁਰੂ ਪਰਮੇਸ਼ਰ ਦਾ ਭਜਨ ਕਰੋ। ਫਿਰ ਗਰੀਬ ਨਿਵਾਸ ਦੇ ਪਾਸ ਸਰਜ ਕਰਕੇ 1968 ਦੀ ਅਪ੍ਰੈਲ ਸ਼ਾਮ 84 ਦੀਵਾਨ ਲਗਵਾਏ। ਦੂਜੀ ਵਾਰ ਮਾਰਚ 1970 ਨੂੰ ਫਿਰ 5 ਦੀਵਾਨ ਮਿਲ ਗਏ। ਰਹਾਇਸ਼ ਜਲੰਧਰ ਛਾਉਣੀ ਕਰਨਲ ਹਰਪਾਲ ਸਿੰਘ ਦੀ ਕੋਠੀ ਵਿੱਚ ਰੱਖੀ। ਦੀਵਾਨ ਇਸਨੇ ਪਿੰਡੋਂ ਬਾਹਰ ਆਪਣੀ ਜ਼ਮੀਨ ਵਿੱਚ ਲਗਵਾਏ, ਜਿਸ ਦੀ ਬਾਅਦ ਵਿੱਚ ਅਰਦਾਸ ਕਰਵਾ ਕੇ ਸੰਤ ਜੀ ਮਹਾਰਾਜ ਦੇ ਨਾਮ ਰਜਿਸਟਰੀ ਕਰਵਾ ਦਿੱਤੀ, ਜੋ 2.5 ਏਕੜ ਹੈ। ਇਸ ਵਿੱਚ ਆਲੂਆਂ ਦੀ ਫਸਲ, ਕਣਕ ਜਾਂ ਹੁਣ ਇੱਥੇ ਭੋਰਾ ਤੇ ਕੁਝ ਕਮਰੇ ਬਣ ਗਏ ਹਨ। ਭਗਤ ਤੀਰਥ ਸਿੰਘ ਤੇ ਹੋਰ ਪ੍ਰੇਮੀ ਰਹਿੰਦੇ ਹਨ। ਛੋਟੇ ਸੰਤ ਜੀ ਵੀ ਹੋ ਆਏ ਹਨ। ਇਉਂ ਇਸ ਗੁਰਮੁਖ ਭਾਈ ਅਵਤਾਰ ਸਿੰਘ ਜੀ ਦੇ ਰਾਹੀਂ ਮਾਸ ਸ਼ਰਾਬ ਛੱਡ ਕੇ ਬੇਅੰਤ ਪ੍ਰੇਮੀਆਂ ਦੀ ਜ਼ਿੰਦਗੀ ਪਲਟ ਗਈ। ਇਸੇ ਤਰ੍ਹਾਂ ਭਾਈ ਮਨੀ ਸਿੰਘ ਭਰਾਵਾਂ ਸਮੇਤ ਸ਼ਰਧਾ ਨਾਲ ਦੀਵਾਨ ਸੁਣਦੇ ਤੇ ਹੱਥੀਂ ਸੇਵਾ ਕਰਦੇ ਹਨ। ਘਰ ਵਿੱਚ ਵਿਚਰਨ ਵੀ ਪਵਾਏ। 5 ਬੱਚੀਆਂ ਤੇ ਲੜਕਾ ਅੰਮ੍ਰਿਤ ਧਾਰੀ ਹੈ। ਬਾਣੀ ਦੇ ਨਿਤਨੇਮੀ ਤੇ ਨਾਮ ਜਪਦੇ ਹਨ। ਇਸ ਤਰ੍ਹਾਂ ਸਾਰੋਬਾਦ ਨਗਰ ਦੀ ਬੀਬੀ ਰੇਸ਼ਮ ਕੌਰ ਦੇ ਘਰ ਸੰਤ ਜੀ ਮਹਾਰਾਜ ਦੇ ਬਚਨਾਂ ਨਾਲ ਲੜਕੇ ਦਾ ਜਨਮ ਹੋਇਆ। ਇਹਨਾਂ ਦੇ ਘਰ ਹਜ਼ੂਰ ਨੇ ਚਰਨ ਵੀ ਪਾਏ। ਇੱਥੋਂ ਦੇ ਹੋਰ ਵੀ ਬਹੁਤ ਸਾਰੇ ਮਹਾਂਪੁਰਸ਼ਾਂ ਦੇ ਪੂਰਨ ਸ਼ਰਧਾਲੂ ਹਨ। ਇਹਨਾਂ ਨੇ ਵੀ ਦਾਤੇ ਦੀ ਚਰਨ ਛੂਹ ਦੁਆਰਾ ਆਪਣੇ ਘਰ ਪਵਿੱਤਰ ਕਰਵਾਏ। ਸਾਰੋਬਾਦ ਦੇ ਕੋਲ ਮਾਹਦੀਪੁਰ ਨਾਮ ਦਾ ਨਗਰ ਹੈ। ਇੱਥੋਂ ਦੇ ਕੁੰਦਨ ਸਿੰਘ ਦੀ ਲੜਕੀ ਦੇ ਘਰ ਸੰਤ ਜੀ ਮਹਾਰਾਜ ਦੇ ਬਚਨਾਂ ਅਨੁਸਾਰ ਲੜਕਾ ਹੋਇਆ। ਇਸ ਇਲਾਕੇ ਵਿੱਚ ਬਹੁਤ ਬੇਅੰਤ ਹੀ ਪ੍ਰੇਮੀਆਂ ਦੇ ਬਖਸ਼ਿਸ਼ ਦੇ ਘਰ ਨੇ ਬਖਸ਼ਿਸ਼ ਕੀਤੀ। ਡਾਕਟਰ ਕੁਲਵੰਤ ਸਿੰਘ ਸ਼ਾਮ 84 ਡਾਕਟਰ ਕੁਲਵੰਤ ਸਿੰਘ ਸ਼ਾਮ 84 ਵੀ ਸੰਤ ਜੀ ਮਹਾਰਾਜ ਦਾ ਪੂਰਨ ਪ੍ਰੀਤਵਾਨ ਸੀ। ਇਸ ਦੇ ਘਰ ਵੀ ਚਰਨ ਪਾਏ। ਜਦੋਂ 1968 ਈਸਵੀ ਨੂੰ ਪਹਿਲੀ ਵਾਰ ਹਜ਼ੂਰ ਨੇ ਸ਼ਾਮ 84 ਨੂੰ ਦੀਵਾਨਾਂ ਦਾ ਸਮਾਂ ਬਖਸ਼ਿਆ ਅਤੇ ਸਨਾਤਨ ਧਰਮ ਹਾਇਰ ਸੈਕੰਡਰੀ ਸਕੂਲ ਵਿੱਚ ਦੀਵਾਨ ਸਜੇ। ਫਿਰ ਤਾਂ ਅੱਗੇ ਹੋ ਕੇ ਸੇਵਾ ਵਿੱਚ ਪੂਰਾ ਹਿੱਸਾ ਲਿਆ। ਦੀਵਾਨ ਸੁਣੇ ਉਪਰੰਤ ਪਰਿਵਾਰ ਸਮੇਤ ਅੰਮ੍ਰਿਤਪਾਨ ਕੀਤਾ, ਨਾਮ ਦੀ ਦਾਤ ਪ੍ਰਾਪਤ ਕਰੀ ਤੇ ਫਿਰ ਤਾਂ ਕਈ ਵਾਰ ਕਰਮਸਰ ਜਾ ਕੇ ਵੀ ਦਰਸ਼ਨ ਕੀਤੇ ਅਤੇ ਦੀਵਾਨ ਸੁਣੇ। ਸਰਦਾਰ ਨਾਜਰ ਸਿੰਘ ਸ਼ਾਮ 84 ਕੋਲ ਕਾਠੇ ਅਧਿਕਾਰੇ ਪਿੰਡ ਦੇ ਨਾਜਰ ਸਿੰਘ ਦੇ ਵੀ ਦਾਤੇ ਦੀ ਬਖਸ਼ਿਸ਼ ਹੋਈ। ਸ਼ੁਰੂ ਤੋਂ ਸ਼ਾਦੀ ਨਹੀਂ ਸੀ ਹੋਈ। ਜੋ ਥੋੜੀ ਬਹੁਤੀ ਜ਼ਮੀਨ ਸੀ ਉਹ ਠੇਕੇ ਬਟਾਈ ਤੇ ਦੇ ਦਿੰਦਾ। ਆ ਪੱਠੇ ਪੈਰ ਸ਼ਰਾਬ ਵਿੱਚ ਗੁੱਟ ਰਹਿੰਦਾ। ਕਈ ਹੋਰ ਵੀ ਖਾਣ ਪੀਣ ਦੇ ਦੋਸਤ, ਨਵਾਲੇ ਪਿਆਲੇ ਦੇ ਯਾਰ ਕੋਲ ਬੈਠੇ ਰਹਿੰਦੇ। ਉਸਨੇ ਲੇਖਕ ਨੂੰ ਦੱਸਿਆ ਕਿ ਮੈਂ ਲਗਾਤਾਰ 30 ਸਾਲ 5 ਬੋਤਲਾਂ ਰੋਜ਼ ਦੀਆਂ ਪੀਤੀਆਂ ਹਨ, ਜੋ ਹੋਰਨਾਂ ਨੂੰ ਪਿਆਉਂਦਾ ਸੀ। ਉਹ ਵੱਖ ਹਰ ਸਮੇਂ ਘਰ ਵਿੱਚ 150-200 ਬੋਤਲ ਪਈ ਰਹਿੰਦੀ। ਨਾਲ ਹੀ ਮੀਟ ਦੇ ਦੇਗੇ ਚੜੇ ਰਹਿੰਦੇ। ਪਰ ਇਤਨੇ ਵੱਡੇ ਸ਼ਰਾਬੀ ਕਬਾਬੀ ਦੇ ਇੱਕੋ ਹੀ ਨਜ਼ਰ ਨਾਲ ਦਾਤੇ ਨੇ ਬੇੜੇ ਪਾਰ ਕਰ ਦਿੱਤੇ। ਇਹ ਚੰਗੀ ਘੜੀ ਦੀ ਨਿਸ਼ਾਨੀ ਹੈ। ਚੰਗੀ ਘੜੀ ਸਾਇਆ ਮੂਰਖਾਂ ਦੀ 100 ਝਿੜਕ ਨਾਲੋਂ ਇੱਕ ਸਿਆਣੇ ਉਸਤਾਦ ਦੀ ਚੜੀ ਚੰਗੀ। ਕੋਝੇ ਕਿੱਸਿਆਂ ਦੇ ਗੰਦੇ ਗੀਤਾਂ ਨਾਲੋਂ ਸੁਣ ਲੈਣੀ ਇਤਿਹਾਸ ਦੀ ਲੜੀ ਚੰਗੀ। ਸਾਇਆ ਜੇਠ ਦੇ ਤਪਦੇ ਦੁਪਹਿਰਿਆਂ ਤੋਂ ਲੱਗੀ ਸੌਣ ਵਿੱਚ ਪਹਿਰ ਦੀ ਝੜੀ ਚੰਗੀ। ਲੱਖਾਂ ਲੂਣਾ ਕਕਈ ਮਤਰਈ ਨਾਲੋਂ ਮਾਂ ਇਛਰਾ ਜਿਹੀ ਇੱਕੋ ਬੜੀ ਚੰਗੀ। ਭੈੜੇ ਨਾਟਕਾਂ ਕਿਸੇ ਕਹਾਣੀਆਂ ਤੋਂ ਲਾਈਨ ਇੱਕੋ ਗੁਰਬਾਣੀ ਦੀ ਪੜ੍ਹੀ ਚੰਗੀ। 24 ਘੰਟੇ ਉਦਾਸੀ ਦੇ ਜੀਵਨ ਨਾਲੋਂ ਪੰਛੀ ਇੱਕੋ ਸਤਸੰਗ ਦੀ ਘੜੀ ਚੰਗੀ। ਪੰਛੀ ਇੱਕੋ ਸਤਸੰਗ ਦੀ ਘੜੀ ਚੰਗੀ। ਸੰਤ ਜੀ ਮਹਾਰਾਜ ਦੇ ਦਰਸ਼ਨਾਂ ਦਾ ਕਾਰਨ ਇਹ ਹੋਇਆ 1968 ਈਸਵੀ ਵਿੱਚ ਇਸ ਦੇ ਕਤਲ ਦਾ ਕੇਸ ਬਣ ਗਿਆ। ਸ਼ਾਮ 84 ਵਾਲੇ ਅਵਤਾਰ ਸਿੰਘ ਦਾ ਸੰਬੰਧੀ ਲੁਧਿਆਣੇ ਸ਼ਹਿਰ ਵੱਡਾ ਅਫਸਰ ਲੱਗਾ ਸੀ। ਉਸ ਦੀ ਸਿਫਾਰਸ਼ ਵਾਸਤੇ ਅਵਤਾਰ ਸਿੰਘ ਦੇ ਨਾਲ ਲੁਧਿਆਣੇ ਆਇਆ, ਪਰ ਉਹ ਅਫਸਰ ਛੁੱਟੀ ਤੇ ਸੀ। ਰਾਤ ਨੂੰ ਦਾਤੇ ਦਾ ਦੀਵਾਨ ਸੁਣਿਆ ਜੋ ਲੁਧਿਆਣੇ ਲੱਗਿਆ ਸੀ। ਬਸ ਕਬੀਰ ਸਤਗੁਰ ਸੂਰਮੇ ਬਾਹਿਆ ਬਾਨ ਜੋ ਏਕ ਲਾਗਤ ਹੀ ਭੋਏ ਗਿਰ ਪਰਿਆ ਪਰਾ ਕਰੇ ਜੇ ਸ਼ੇਕ। ਸਨਾਰ ਦੀ ਠੱਕ ਠੱਕ ਲੋਹਾਰ ਦੀ ਕੋਸਟ ਵਾਲੀ ਗੱਲ। ਦਮਾ ਬਾਜ ਗੁਲਾਮ ਬਣ ਗਿਆ। ਦੂਜੇ ਦਿਨ ਸਵੇਰੇ ਕਰਮਸਰ ਪੁੱਜਾ।
ਪਹਿਲੀ ਵਾਰ ਕੁਰਸੀ ਤੇ ਦੀਦਾਰ ਕੀਤਾ। ਅੱਗੇ ਹੋ ਕੇ ਨਮਸਕਾਰ ਕਰ ਨਾਮ ਦੀ ਦਾਤ ਵਾਸਤੇ ਬੇਨਤੀ ਕੀਤੀ। ਹੁਕਮ ਹੋਇਆ ਮਾਸ ਸ਼ਰਾਬ ਨਾ ਵਰਤੀ, ਨਾਮ ਠਹਿਰ ਕੇ ਦੇਵਾਂਗੇ। ਹੁਕਮ ਤਾਂ ਮੰਨ ਲਿਆ, ਪਰ ਕਿਹਾ ਜੀ ਮੇਰੇ ਵੱਸ ਦੀ ਗੱਲ ਨਹੀਂ, ਆਪ ਜੀ ਕਿਰਪਾ ਕਰਕੇ ਰੋਕੋ, मैथों रहा नहीं जाना। यूं ता बरसों ना पियो अगर ना पिलाए कोई, मगर बदली को देख कर बदल जाती है नीयत मेरी। बचन कीता चंगा, जे ना रुक सके तो फिर असी रोक देवांगे। घर चला गया, रोज दा सुभाव अनुसार रज के पीती, नाली अंदरों बाज आवे तेरे वास्ते गल ठीक नहीं, गुरु दरबार विच बचन करके आया है। पर इसने उस आवाज दी कोई परवाह नहीं की। शाम 84 जलंधर ते हुशियारपुर दीवान सुने, हत्थी ते माया दी सेवा कीती। अवतार सिंह दे नाल राड़े साहिब आया, हजूर दा कुर्सी दे समय दीदार कीता। मेहरबान ने मेहर कीती, मुस्कुरा के पुछया कि हजे रजिया नहीं कौड़ा पानी पी पी के? बस कर, बड़ा समा हो गया है, थोड़ी जही बाकी रह गई, हुण इसनूं तां संवार लै। इसने कहा जी फिर आप जी ही किरपा करो। बचन कीता चंगा, नेड़े आ। जदों पास पुज्जा, सज्जे हथ दे पावन अंगूठे नूं मस्तक ते फेर के आखिया जा हुण तेरा इस पासे दा लेख मिट गया। अमृत छक के ਤਿਆਰ ਬਰ ਤਿਆਰ ਹੋ ਜਾ। ਤੇ ਨਾਲ ਇਹ ਵੀ ਸਿੱਖਿਆ ਦਿੱਤੀ ਕਿ ਇਸ ਨਾਮ ਰੂਪ ਸ਼ਰਾਬ ਨੂੰ ਪੀਣਾ ਜਿਸ ਦਾ ਕਿਆਮਤ ਤੱਕ ਨਸ਼ਾ ਨਹੀਂ ਉਤਰੇਗਾ। ਅੱਜ ਹੀ ਪੀ ਤੇ ਹੁਣ ਹੀ ਪੀ ਤੇ ਪੀਂਦਾ ਪੀਂਦਾ ਜਾਈ, ਫਿਰ ਮਰਸਾਂ ਦੇ ਪਿਆਲੇ ਨਾਲੋਂ ਲਾਏ ਬੁੱਲੇ ਨਾ ਚਾਈ। ਦਰਹਮ ਪੀ ਤੇ ਖੀਵਾ ਹੋ ਰਹੋ, ਇਹ ਮਸਤੀ ਨਾ ਉਤਰੇ। ਕੱਲ ਨੂੰ ਖਬਰੇ ਕਾਲ ਆਏ ਕੇ ਦੇਵੇ ਖਾਕ ਰਲਾਈ। ਇਸਨੇ ਵੀ 13 ਅਪ੍ਰੈਲ 1970 ਦੀ ਵਿਸਾਖੀ ਵਾਲੇ ਦਿਨ ਅੰਮ੍ਰਿਤਪਾਨ ਦੀ ਦਾਤ ਪ੍ਰਾਪਤ ਕੀਤੀ। ਹਿਰਦੇ ਦੀ ਸ਼ੁੱਧੀ महाराज जी ने इस प्रति ਇਹ उत्तम उपदेश बख्शिया कि इसने मामूली अफसर नाल मुलाकात करनी होवे उस नूं भी तैयारी वास्ते बड़ा समा खर्च करना पैंदा है। जिस शहर विच राजपुत्र ने आउणा होवे उत्थों दे बाजारां ते गलियां दी सफाई वास्ते महीने लग जांदे हन, पर जिसने कोट ब्रह्मंडां दे मालक परमेश्वर नूं मिलना होवे उस नूं अपने हिरदे तख्त दी सफाई तो इतनी फुरसत किथे कि वेले कम्मां ते वक्त जाया करे। असलियत ਤਾਂ ਇਹ ਹੈ ਜੋ ਜੀਵ ਆਪਣੇ ਕਰਤੱਵ ਤੋਂ ਗਾਫਲ ਹੋ ਰਿਹਾ ਹੈ। ਜਿਵੇਂ ਜੋ ਲੜਕਾ ਸਕੂਲ ਹਾਜ਼ਰੀ ਤੋਂ ਥੋੜਾ ਸਮਾਂ ਵੀ ਪਛੜ ਜਾਵੇ, ਉਸ ਸੁਸਤੀ ਦੇ ਫਲ ਭੋਗਣ ਤੋਂ ਡਰਦਾ ਹੋਇਆ ਸਾਰਾ ਦਿਨ ਸਕੂਲ ਨਹੀਂ ਜਾਂਦਾ। ਇਸੇ ਤਰ੍ਹਾਂ ਇਹ ਜਗਿਆਸੂ ਵੀ ਆਪਣੇ ਨੁਕਤੇ ਤੋਂ ਖੁੰਝਿਆ ਇੱਧਰ ਉੱਧਰ ਫਿਰ ਕੇ ਅਜਾਈ ਸਮਾਂ ਗਵਾ ਰਿਹਾ ਹੈ। ਅੱਵਲ ਤਾਂ ਇਹ ਸਿਮਰਨ ਵਿੱਚ ਜੁੜਦਾ ਹੀ ਨਹੀਂ, ਪਰ ਜੇ ਜੁੜਨ ਦਾ ਯਤਨ ਵੀ ਕਰੇ ਤਾਂ ਮਨ ਨਹੀਂ ਲੱਗਦਾ। ਆਪਣੇ ਆਪ ਹੀ ਅੰਦਰੋਂ ਭਿਆਨਕ ਆਵਾਜ਼ਾਂ ਆਉਣ ਲੱਗ ਪੈਂਦੀਆਂ ਹਨ। ਇਹ ਕਾਇਦਾ ਹੀ ਹੈ। ਉਜੜਿਆ ਹੋਇਆ ਮਹਲ ਚਾਹੇ ਬਾਦਸ਼ਾਹ ਦਾ ਵੀ ਕਿਉਂ ਨਾ ਹੋਵੇ, ਉਸਦੇ ਵਿੱਚ ਉੱਲੂ ਚਮਗਿੱਦੜ ਚਾਮ ਚੜਿਕਾਂ ਤੇ ਗਿੱਦੜ ਆਦਿਕ ਜਾਨਵਰ ਆਪਣੇ ਘੁਰਨੇ ਬਣਾ ਲੈਂਦੇ ਹਨ। ਉੱਥੇ ਸਾਜ਼ਾਂ ਤੇ ਗੀਤਾਂ ਦੀ ਥਾਂ ਡਰਾਵਣੀਆਂ ਚੀਕਾਂ, ਸੁਗੰਧੀ ਦੀ ਥਾਂ ਬਦਬੂ ਆਉਣ ਲੱਗ ਜਾਂਦੀ ਹੈ। ਇਸ ਤਰ੍ਹਾਂ ਇਹ ਮਨੁੱਖ ਹਿਰਦਾ ਪਰਮੇਸ਼ਰ ਦੇ ਵਸਣ ਦਾ ਸਥਾਨ ਹੈ। ਪਰ ਇਸ ਦੇ ਉੱਠ ਜਾਣ ਪਿੱਛੋਂ ਇਸ ਦਾ ਰਾਜ ਮਹਿਲ ਦੇ ਵਿੱਚ ਕਾਮ ਦੇ ਉੱਲੂ, ਕ੍ਰੋਧ ਦੀਆਂ ਡੈਣਾਂ ਤੇ ਲੋਭ ਮੋਹ ਹੰਕਾਰ ਦੇ ਗਿੱਦੜ ਹਕਾਮਦੇ ਹਨ। ਪ੍ਰਭੂ ਦੇ ਮਿਲਾਪ ਵਾਸਤੇ ਤਿਆਰੀ ਦੀ ਲੋੜ ਹੈ। ਉੱਥੇ ਤਾਂ ਗੁਰ ਕਾ ਸ਼ਬਦ ਕਰ ਦੀਪਕੋ ਇਹ ਸਤ ਕੀ ਸੇਜ ਵਿਛਾਏਰੀ ਵਾਲੀ ਵਾਰਤਾ ਹੈ। ਜਿੱਥੇ ਸੇਜਾ ਵਿਛੀ ਹੈ ਉੱਥੇ ਪਰਮੇਸ਼ਰ ਮਿਲਾਪ ਦੀ ਸੁਹਾਗ ਰਾਤ ਬੜੀ ਸਵਾਦਲੀ ਲੰਘਦੀ ਹੈ। ਜਦ ਤੱਕ ਅੰਦਰੋਂ ਮੈਂ ਮੇਰੀ ਦੀ ਗਰਦ ਨਹੀਂ ਬੈਠਦੀ ਤੇ ਹੰਝੂਆਂ ਨਾਲ ਪ੍ਰੇਮ ਦਾ ਜਲ ਛਿੜਕਾ ਨਹੀਂ ਕਰਦਾ ਅਤੇ ਗੁਰ ਸ਼ਬਦ ਦਾ ਪ੍ਰਕਾਸ਼ ਨਹੀਂ ਹੁੰਦਾ, ਉਤਨਾ ਚਿਰ ਪ੍ਰੀਤਮ ਦਾ ਨਿਵਾਸ ਕਿੱਥੇ। ਤਾਂ ਤੇ ਸਭ ਤੋਂ ਪਹਿਲਾਂ ਉਸਦੀ ਉਡੀਕ ਵਾਸਤੇ ਮਨ ਮੰਦਰ ਦੀ ਸਫਾਈ ਕਰੀਏ। ਕੂੜ ਦਾ ਕੂੜਾ ਦੂਰ ਕਰਕੇ ਵਿਕਾਰਾਂ ਦੀ ਦੁਰਗੰਧੀ ਧੋ ਸੁੱਟੇ, ਸ਼ਰਧਾ ਦੇ ਫੁੱਲ ਭੇਟਾ ਕਰਕੇ ਉਸਦੇ ਮਿਲਾਪ ਦਾ ਆਨੰਦ ਮਾਣੀਦਾ ਹੈ। ਆਦ ਇਸ ਪਵਿੱਤਰ ਉਪਦੇਸ਼ ਨੂੰ ਸੁਣ ਕੇ ਇਸਦਾ ਮਨ ਗਦ-ਗਦ ਹੋ ਗਿਆ। ਫਿਰ ਤਾਂ ਮਾਸ ਸ਼ਰਾਬ ਤੋਂ ਇਤਨੀ ਨਫ਼ਰਤ ਹੋਈ
ਕਿ ਨਾਮ ਸੁਣਨਾ ਵੀ ਪਸੰਦ ਨਾ ਕਰੇ। ਇਸੇ ਸਮੇਂ ਪੰਜ ਦੀਵਾਨ ਹੁਸ਼ਿਆਰਪੁਰ ਸ਼ਹਿਰ ਲੱਗੇ ਅਤੇ ਸੇਵਾ ਪੰਥੀ ਮਹਾਂਪੁਰਸ਼ਾਂ ਦੇ ਡੇਰੇ ਵੀ ਪੁੱਜੇ। ਇਹਨਾਂ ਨੇ ਬੜਾ ਸਤਿਕਾਰ ਕੀਤਾ, ਮਾਇਆ ਤੇ ਦਸਤਾਰ ਭੇਟਾ ਕੀਤੀ। ਹਜ਼ੂਰ ਨੇ ਮਹਾਂਪੁਰਸ਼ਾਂ ਦੇ ਸਥਾਨ ਦਾ ਪ੍ਰਸ਼ਾਦ ਜਾਣ ਕੇ ਕੇਵਲ ਸਿਰੋਪਾਓ ਹੀ ਪ੍ਰਵਾਨ ਕੀਤਾ, ਮਾਇਆ ਵਾਪਸ ਕਰ ਦਿੱਤੀ। ਇਸ ਪ੍ਰੋਗਰਾਮ ਵਿੱਚ ਸ਼ਾਮ 84 ਵਾਲੇ ਸੱਜਣਾ ਨੇ ਹਰ ਪ੍ਰਕਾਰ ਦਾ ਸਹਿਯੋਗ ਦੇ ਕੇ ਪੂਰਨ ਹਿੱਸਾ ਪਾਇਆ। ਕਾਂਡ 23ਵਾਂ ਮੁਯਾਰਾ ਪਿੰਡ ਦੇ ਪ੍ਰੇਮੀ ਹਾਪੜ। ਗੁਰਦੁਆਰਾ ਰੇਰੂ ਸਾਹਿਬ ਤੋਂ 3 ਕੁ ਮੀਲਾਂ ਦੇ ਇੱਕ ਮੁਜ਼ਾਰਾ ਨਾਮ ਦਾ ਨਗਰ ਹੈ। ਇੱਥੋਂ ਦੇ ਪ੍ਰੇਮੀ ਸੰਤ ਮਹਾਰਾਜ ਰੇਰੂ ਸਾਹਿਬ ਵਾਲੇ ਬਾਬਾ ਅਤਰ ਸਿੰਘ ਜੀ ਮਹਾਰਾਜ ਦੇ ਚੰਗੇ ਸ਼ਰਧਾਲੂ ਹਨ। ਬਾਬਾ ਜੀ ਨੇ ਕਈ ਵਾਰੀ ਇਸ ਨਗਰ ਵਿੱਚ ਅਕਾਲੀ ਹਰੀ ਸਿੰਘ ਤੇ ਹੋਰ ਪ੍ਰੇਮੀਆਂ ਦੇ ਘਰੀਂ ਅਖੰਡ ਪਾਠਾਂ ਦੇ ਭੋਗ ਸਮੇਂ ਆਪਣੇ ਪਵਿੱਤਰ ਚਰਨ ਪਾਏ। ਜਦੋਂ 1923 ਈਸਵੀ ਨੂੰ ਆਖਰੀ ਵਾਰ ਗਰਮੀ ਦੀ ਮੌਸਮ ਵਿੱਚ ਬਾਬਾ ਜੀ ਆਏ ਤਾਂ ਉਸ ਸਮੇਂ ਸੰਤ ਜੀ ਮਹਾਰਾਜ ਰਾੜੇ ਸਾਹਿਬ ਵਾਲੇ ਹਜ਼ੂਰੀਏ ਗੜਬਈ ਵੀ ਨਾਲ ਸਨ। ਪਿਛਲੇ ਸੰਸਕਾਰਾਂ ਅਨੁਸਾਰ ਕਈ ਕੋ ਪ੍ਰੇਮੀਆਂ ਨੇ ਇਹਨਾਂ ਦੀ ਕਠਨ ਤਪੱਸਿਆ ਵੱਲ ਤੱਕ ਕੇ ਪੂਰਨ ਸ਼ਰਧਾ ਲੈ ਆਂਦੀ। ਜਦੋਂ ਰਾੜੇ ਦੀ ਢੱਕੀ ਨੂੰ ਇਹਨਾਂ ਦੇ ਚਰਨਾਂ ਦੀ ਛੂਹ ਪ੍ਰਾਪਤ ਹੋਈ, ਫਿਰ ਮੁਜ਼ਾਰੇ ਦੀ ਸੰਗਤ ਇੱਥੇ ਵੀ ਪ੍ਰਦਰਸ਼ਨਾਂ ਨੂੰ ਆਉਣ ਲੱਗੀ, ਜਿਨ੍ਹਾਂ ਵਿੱਚੋਂ ਦੌਲਤ ਸਿੰਘ ਮਿਸਤਰੀ ਤਾਂ ਸਮੇਤ ਪਰਿਵਾਰ ਦੇ ਸੰਤ ਜੀ ਮਹਾਰਾਜ ਤੋਂ ਉਪਦੇਸ਼ ਲੈ ਕੇ ਪੂਰਨ ਸ਼ਰਧਾਲੂ ਬਣ ਗਿਆ। ਕਈ ਵਾਰ ਬੇਨਤੀਆਂ ਕਰਕੇ ਆਪਣੇ ਘਰ ਚਰਨ ਪਵਾਏ। ਉਸ ਸਮੇਂ ਇਹਨਾਂ ਦਾ ਬਹੁਤ ਵੱਡਾ ਕੰਮ ਚੱਲਦਾ ਸੀ। 1938 ਤੋਂ 1944 ਈਸਵੀ ਤੱਕ ਕਈ ਵਾਰ ਸੰਤ ਜੀ ਮਹਾਰਾਜ ਮੁਜ਼ਾਰੇ ਪਿੰਡ ਆਏ। ਇਹਨਾਂ ਤੋਂ ਇਲਾਵਾ ਹਰੀ ਸਿੰਘ ਅਕਾਲੀ ਤੇ ਕਾਕਾ ਸਿੰਘ ਦੇ ਘਰ ਵੀ ਅਖੰਡ ਪਾਠ ਤੇ ਦੀਵਾਨ ਕੀਤੇ। ਨਾਮ ਅੰਮ੍ਰਿਤ ਤੇ ਖੰਡੇ ਦੇ ਅੰਮ੍ਰਿਤ ਦੀ ਦਾਤ ਬਖਸ਼ੀ। ਕਰਦੌਲਤ ਸਿੰਘ ਦਾ ਪਰਿਵਾਰ ਸਰਦਾਰ ਕੁਲਵੰਤ ਸਿੰਘ ਜਸਵੰਤ ਸਿੰਘ ਯੂਪੀ ਦੇ ਇਲਾਕੇ ਹਾਪੜ ਵਿੱਚ ਆ ਗਏ। ਇੱਥੇ ਵੀ ਇਹਨਾਂ ਦੇ ਘਰ ਸੰਤ ਜੀ ਨੇ ਬਹੁਤ ਵਾਰੀ ਚਰਨ ਪਾਏ ਅਤੇ ਵਰ ਦਿੱਤੇ। ਉਸ ਤੋਂ ਬਾਅਦ ਸੰਤ ਜੀ ਮਹਾਰਾਜ ਪ੍ਰੇਮੀਆਂ ਦਾ ਪ੍ਰੇਮ ਦੇਖ ਹਰੇਕ ਸਾਲ 2 ਜਾਂ 3 ਮਹੀਨੇ ਇੱਥੇ ਰਹਾਇਸ਼ ਰੱਖ ਕੇ ਗਾਜ਼ੀਆਬਾਦ, ਮੋਦੀ ਨਗਰ, ਮੇਰਠ, ਸੰਭੋਲੀ, ਬੁਲੰਦ ਸ਼ਹਿਰ, ਗਜਰੌਲਾ ਆਦਿਕ ਥਾਵਾਂ ਨੂੰ ਦੀਵਾਨ ਬਖਸ਼ਦੇ। ਇਹ ਹਾਪੜ ਸ਼ਹਿਰ ਯੂਪੀ ਵਿੱਚ ਗੁਰਸਿੱਖੀ ਪ੍ਰਚਾਰ ਅਤੇ ਆਤਮ ਉਪਦੇਸ਼ ਦਾ ਕੇਂਦਰ ਬਣ ਗਿਆ। ਇਹ ਗੁਰਮੁਖ ਪਰਿਵਾਰ ਵੀ ਭਾਵਨਾ ਅਨੁਸਾਰ ਸੇਵਾ ਕਰ ਬਖਸ਼ਿਸ਼ ਦਾ ਪਾਤਰ ਬਣ ਗਿਆ। ਪਾਰਸ ਰੂਪ ਹਜ਼ੂਰ ਦੇ ਚਰਨ ਜਿਸ ਚੀਜ਼ ਨੂੰ ਛੋਹ ਜਾਣ ਸੋਨਾ ਬਣਾ ਦਿੰਦੇ ਹਨ, ਜਿਨ੍ਹਾਂ ਦਾ ਸਦਕਾ ਸਾਰਿਆਂ ਬਰਕਤਾਂ ਨੇ ਆਲ ਡੇਰੇ ਲਾਏ। ਸਰਦਾਰ ਕਨ੍ਹਈਆ ਸਿੰਘ ਦੇ ਲੜਕੇ ਚਾਰੇ ਭਰਾਵਾਂ ਦੀਆਂ ਵੱਖੋ ਵੱਖ ਸੁੰਦਰ ਕੋਠੀਆਂ ਪਾਸ, ਚੰਗੀਆਂ ਕਾਰਾਂ, ਸਕੂਟਰ ਤੇ ਘਰਾਂ ਵਿੱਚ ਨੌਕਰ ਕੰਮ ਕਰਦੇ ਹਨ। ਗਊਆਂ, ਮੱਝੀਆਂ, ਘਰ ਦਾ ਦੁੱਧ, ਲੱਸੀ ਤੇ ਮੱਖਣ ਜੋ ਆਮ ਲੋਕਾਂ ਵਾਸਤੇ ਦੁਰਲੱਭ ਹੈ, ਉਹ ਇਹਨਾਂ ਦੇ ਘਰ ਵਿੱਚ ਨਦੀ ਦੇ ਪ੍ਰਵਾਹ ਵਾਂਗ ਚੱਲਦਾ ਹੈ ਅਤੇ ਆਏ ਗਏ ਸੱਜਣਾਂ ਦੀ ਬੜੀ ਸੇਵਾ ਹੁੰਦੀ ਰਹਿੰਦੀ ਹੈ। ਗੁਰਬਾਣੀ ਦਾ ਪੂਰਨ ਪ੍ਰੇਮ ਹੈ ਜੋ ਹਰੇਕ ਘਰ ਵਿੱਚ ਵੱਖਰਾ ਕਮਰਾ ਬਣਾ ਕੇ ਗੁਰੂ ਮਹਾਰਾਜ ਦਾ ਪ੍ਰਕਾਸ਼ ਕਰਦੇ ਹਨ। ਉਹਨਾਂ ਸਭਨਾਂ ਨੂੰ ਸੰਤਾਂ ਨੇ ਹੀ ਪ੍ਰਗਟ ਕੀਤਾ ਹੈ ਅਥਵਾ ਸੰਤ ਜਨ ਖੁਦ ਤੀਰਥ ਰੂਪ ਹੁੰਦੇ ਹਨ। ਤੀਰਥ ਤਾਂ ਕਾਲੇਨ ਕਾਲ ਭਾਵ ਸਮਾਂ ਪਾ ਕੇ ਪੁਰਬ ਲੱਗੇ ਤੋਂ ਇਸ਼ਨਾਨ ਕੀਤਿਆਂ ਫਲ ਦਿੰਦਾ ਹੈ, ਪਰ ਸਾਧੂ ਦਾ ਦਰਸ਼ਨ, ਸਾਧੂ ਦਾ ਸਮਾਗਮ ਸੰਗ ਤੁਰਤ ਹੀ ਫਲ ਦਿੰਦਾ ਹੈ। ਪੁੱਤੀ ਗੰਢ ਪਵੈ ਸੰਸਾਰ। ਰੇਲਵੇ ਫਾਟਕ ਮੇਰਠ ਰੋਡ ਤੇ ਸਰਦਾਰ ਇੰਡਸਟਰੀ ਦੇ ਪਾਸ ਜੋਗਿੰਦਰ ਸਿੰਘ ਮਿਸਤਰੀ ਦਾ ਬਾਗ ਹੈ। ਕਈ ਸਾਲਾਂ ਤੋਂ ਇਸ ਜੋਗਿੰਦਰ ਸਿੰਘ ਦੇ ਬਾਗ ਵਿੱਚ ਇੱਕ ਰਵਿਦਾਸ ਭਗਤ ਦੀ ਬਾੜੀ ਵਿੱਚੋਂ ਪ੍ਰੇਮੀ ਰਹਿੰਦਾ ਸੀ। ਇਹ ਪੈਸੋਂਖੁਰ ਪਿੰਡ ਦਾ ਜੋ ਹਾਪੜ ਦੇ 7-8 ਮੀਲਾਂ ਦੇ ਫਾਸਲੇ ਤੇ ਹੈ। ਗਰੀਬ ਚਮਾਰ ਬੁੱਧਨ ਤੇ ਇਸ ਦੇ ਘਰ ਵਾਲੀ ਸੁਰਜਨ ਦੇਵੀ ਮਿਹਨਤ ਮਜ਼ਦੂਰੀ ਦੇ ਕੰਮ ਕਰਕੇ ਆਪਣਾ ਪੇਟ ਭਰਦੇ। ਇਸ ਦੇ ਘਰ ਵਿੱਚ 7 ਲੜਕੀਆਂ ਸਨ। ਕੀ ਗਰੀਬ ਕੀ ਅਮੀਰ, ਪੁੱਤਰ ਦੀ ਮਿੱਠੀ ਦਾਤ ਤਾਂ ਹਰ ਇੱਕ ਨੂੰ ਹੀ ਚੰਗੀ ਲੱਗਦੀ ਹੈ। ਗ੍ਰਸਤ ਮਾਰਗ ਵਿੱਚ ਆਉਣ ਵਾਲੇ ਦੁਨੀਆ ਦੀ ਸੱਜਣ ਵਿੱਚ ਸਾਂਝ ਪੁੱਤਰ ਨਾਲ ਹੀ ਪੈਂਦੀ ਹੈ। ਕਈ ਸਾਲਾਂ ਤੋਂ ਹਾਪੜ ਸ਼ਹਿਰ ਵਿੱਚ ਹਜ਼ੂਰ ਦੇ ਪਾਵਨ ਚਰਨ ਪੈਂਦੇ ਸਨ।
ਬੇਅੰਤ ਹੀ ਪ੍ਰੇਮੀ ਮਨੋਕਾਮਨਾ ਪੂਰਨ ਕਰਵਾ ਕੇ ਜਸ ਕਰਦੇ ਸਨ। ਇਹਨਾਂ ਦੇ ਮਨ ਵਿੱਚ ਵੀ ਖਿਆਲ ਆਉਂਦਾ ਅਸੀਂ ਵੀ ਸੰਤਾਂ ਪਾਸ ਜਾ ਕੇ ਦਰਸ਼ਨ ਕਰੀਏ, ਸ਼ਾਇਦ ਸਾਡੀ ਵੀ ਤਕਦੀਰ ਪਲਟਾ ਖਾ ਜਾਵੇ। ਪਰ ਸਰੀਰਕ ਕਿਰਿਆ ਤੇ ਆਪਣੀ ਨੀਵੀਂ ਜਾਤ ਦਾ ਅਹਿਸਾਸ ਕਰ ਮਨ ਅੰਦਰ ਰੋਕਾਂ ਪਾਈ ਜਾਂਦਾ ਸੀ। ਗੁਰੂ ਨਾਨਕ ਦਾ ਦਰ ਤਾਂ ਬਾਦਸ਼ਾਹ ਕੰਗਾਲ ਵਾਸਤੇ ਇੱਕੋ ਜਿਹਾ ਹੈ, ਰਾਣਾ ਰੰਕ ਬਰਾਬਰੀ ਪੈਰੀ ਪਾਵਣਾ ਜਗ ਵਰਤਾਇਆ। 1968 ਈਸਵੀ ਦੇ 11ਵੇਂ ਮਹੀਨੇ ਦੀ 6 ਤਰੀਕ ਨੂੰ ਹਜ਼ੂਰ ਪੰਜਾਬ ਆ ਗਏ ਤਾਂ ਸੁਰਜਨ ਦੇਵੀ ਨੂੰ ਪਤਾ ਲੱਗਾ। ਸਾਰੇ ਬੱਚੇ ਨਾਲ ਲੈ ਕੇ ਘਰੋਂ ਚੱਲੀ, ਮਨ ਵਿੱਚ ਹੌਸਲਾ ਕੀਤਾ, ਰਸਤੇ ਤੇ ਆ ਖੜੀ, ਗੱਡੀ ਰੋਕ ਲਈ, ਅੱਗੇ ਹੋ ਕੇ ਝੋਲੀ ਅੱਡੀ ਤੇ ਕਿਗਿਆ ਕੇ ਅਰਜ਼ ਕੀਤੀ, ਦਾਤਾ ਕਿਰਪਾ ਕਰੋ, ਜਿਉਂਦੇ ਜੀ ਪੁੱਤਰ ਦਾ ਮੂੰਹ ਦੇਖ ਲਵਾਂ। ਭੈਣਾਂ ਨੇ ਵੀਰ ਲਈ ਤਰਲੇ ਕੀਤੇ, ਦੇਖਣ ਵਾਲਿਆਂ ਦੇ ਮਨ ਵੀ ਦਰਵੀਭੂਤ ਹੋ ਆਏ, ਕਈਆਂ ਦੇ ਨੇਤਰ ਸਜਲ ਹੋ ਗਏ। ਹਜ਼ੂਰ ਨੇ ਗਰੀਬ ਪਰਿਵਾਰ ਦੇ ਹੰਝੂ ਤੱਕੇ, ਮੁਸਕਰਾ ਕੇ ਧੀਰਜ ਬਖਸ਼ਿਆ ਤੇ ਪਿਆਰ ਨਾਲ ਕਿਹਾ, ਕਰਤਾਰ ਭਲੀ ਕਰੇਗਾ, ਚਿੰਤਾ ਨਾ ਕਰੋ, ਗੁਰੂ ਨਾਨਕ ਦਾ ਖਜ਼ਾਨਾ ਟੁੱਟ ਹੈ, ਬਸ ਪੁੱਠੇ ਲੇਖਾਂ ਨੂੰ ਸਿੱਧੇ ਕਰਨ ਵਾਲਾ ਮਾਰ ਗਿਆ ਰੇਖ ਵਿੱਚ ਮੇਖ। ਹੋਗੀ ਮੇਰਾਂ ਦੇ ਦਾਤੇ ਦੀ ਰਹਿਮਤ, ਖੋਲ ਦਿੱਤੀ ਰੱਬੀ ਬਖਸ਼ਿਸ਼ਾਂ ਦੇ ਬੂਹੇ, ਭਰ ਦਿੱਤੇ ਸਖਣੇ ਪਿਆਲੇ, ਕਰ ਗਿਆ ਸੁੱਕੇ ਨੂੰ ਹਰੇ ਭਰੇ। 1 ਸਾਲ ਤੋਂ ਬਾਅਦ 1966 ਦੇ ਵਿੱਚ 9ਵੇਂ ਮਹੀਨੇ ਹਾਪੜ ਦੀ ਧਰਤੀ ਨੂੰ ਫੇਰ ਭਾਗ ਲੱਗੇ। ਇਹਨਾਂ ਦੇ ਵਿਹੜੇ ਵਿੱਚ ਵੀ ਖੁਸ਼ੀਆਂ ਨੇ ਫੇਰਾ ਪਾਇਆ, ਜਿਵੇਂ ਕਿ ਆਗਰੇ ਵਾਸੀ ਬੀਬੀ ਭਾਗਨ ਵਾਂਗੂ, ਜਿਸਨੇ ਅਨੰਦਪੁਰ ਦੀ ਪਾਵਨ ਧਰਤੀ ਵਿਖੇ ਕਲਗੀਆਂ ਵਾਲੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਅਰਜ਼ ਕੀਤੀ, ਮਹਾਰਾਜ ਮੈਂ ਅੱਜ ਤੱਕ ਕਦੇ ਵੀ ਕਿਸੇ ਮਰਦ ਦਾ ਮੂੰਹ ਨਹੀਂ ਫਟਕਾਰਿਆ, ਕਿਉਂਕਿ ਅਸੀਂ ਆਪਣੇ ਪਿਤਾ ਦੇ ਘਰ ਜੋ ਬਾਦਸ਼ਾਹ ਦਾ ਦੀਵਾਨ ਸੀ 7 ਭੈਣਾਂ ਸਾਂ। ਮੇਰੇ ਪਿਤਾ ਦੇ ਮਰਨ ਤੋਂ ਬਾਅਦ ਸਰਕਾਰ ਨੇ ਸਾਡੇ 7 ਚੋਂ ਕਿਸੇ ਦਾ ਲਿਹਾਜ਼ ਨਹੀਂ ਕੀਤਾ। ਸਾਰੀ ਜਾਇਦਾਦ ਨੂੰ ਸੀਲ ਮੋਹਰ ਕਰ ਕੇ ਸੰਤਰੀ ਪਹਿਰੇ ਤੇ ਬਿਠਾ ਦਿੱਤਾ। ਜਦੋਂ ਗਰਭ ਵਾਲਾ 8ਵਾਂ ਬੱਚਾ ਸਾਡਾ ਭਰਾ ਆਇਆ ਤਾਂ ਉਸੇ ਸਮੇਂ ਤਾਲੇ ਤੋੜ ਕੇ ਸਾਨੂੰ ਉਹ ਹੀ ਪਹਿਲਾਂ ਵਾਲੀਆਂ ਸਹੂਲਤਾਂ ਮਿਲ ਗਈਆਂ। ਉਸ ਸਮੇਂ ਨਿਸ਼ਚਾ ਹੋ ਗਿਆ ਕਿ ਔਰਤ ਦੇ ਮੁਕਾਬਲੇ ਤੇ ਮਰਦ ਦੀ ਜ਼ਿੰਦਗੀ ਕਿੰਨੀ ਕੀਮਤੀ ਹੈ। ਭਾਵ ਔਰਤ ਦਾ ਉਤਪਤ ਹੋਣਾ ਹੀ ਜ਼ੁਲਮ ਹੈ। ਦਿਨ ਰਾਤ 2 ਵੇਲਿਆਂ ਵਿੱਚ ਲਾਹਣਤ ਹੀ ਲਾਹਣਤ ਮਿਲਦੀ ਹੈ। ਆਦਮੀ ਉਤਪੰਨ ਹੋਵੇ ਤਾਂ ਗੋਸ਼ ਕੰਨਾਂ ਦੇ ਅੰਦਰ ਖੈਰ ਪੈਂਦੀ ਹੈ। ਦਾੜੀ ਰੱਖਣੀ ਖੁਦਾ ਦੀ ਬੰਦਗੀ ਤੁਲ ਹੈ। ਦਾੜੀ ਵਾਲੇ ਦਾ ਦੀਦਾਰ ਖੁਦਾ ਦਾ ਹੂਬਹੂ ਦੀਦਾਰ ਗਿਣਿਆ ਜਾਂਦਾ ਹੈ। ਜੋ ਦਾੜੀ ਸੇ ਬਗੈਰ ਉਹ ਸ਼ੈਤਾਨ ਹੈ, ਉਸਦਾ ਵਿਸਾਹ ਨਹੀਂ ਕਰਨਾ ਚਾਹੀਦਾ। ਇਸੇ ਤਰ੍ਹਾਂ 7 ਭੈਣਾਂ ਤੋਂ ਪਿੱਛੋਂ ਇਹਨਾਂ ਦੇ ਘਰ 8ਵਾਂ ਵੀਰ ਪੈਦਾ ਹੋਇਆ। ਤਦ ਇਹ ਪਰਿਵਾਰ ਦੇ ਸਾਰੇ ਮੈਂਬਰ ਸੰਤ ਜੀ ਮਹਾਰਾਜ ਦੇ ਦਰਸ਼ਨਾਂ ਲਈ ਉਤਾਵਲੇ ਹੋਏ, ਨਿਤਾ ਪ੍ਰਤੀ ਰਾਹ ਤੱਕਦੇ ਸਨ। ਕਈ ਵਾਰ ਸੰਤ ਜੀ ਮਹਾਰਾਜ ਸੁੱਤਿਆਂ ਪਿਆਂ ਗੱਡੀ ਦੇ ਹਾਰਨ ਦੀ ਆਵਾਜ਼ ਬੜਵਾਹਿਆਂ ਉਠਾ ਬਿਠਾਉਂਦੀ। ਸਿੱਕਦਿਆਂ ਨੂੰ ਆ ਗਿਆ ਭਾਗਾਂ ਭਰਿਆ ਦਿਹਾੜਾ, ਨਿਰਤਨਾ ਦੀ ਪੂੰਜੀ, ਭੋਖ ਮੋਖ ਦਾ ਦਾਤਾ, ਪ੍ਰੇਮੀਆਂ ਦੇ ਪ੍ਰੇਮ ਦਾ ਬੱਜਾ ਗੱਡੀ ਵਿੱਚ ਸਵਾਰ ਹੋਇਆ ਆ ਰਿਹਾ ਹੈ। ਇਹਨਾਂ ਨੇ ਗੱਡੀ ਦੀ ਧੂੜ ਤੱਕੀ ਜੋ ਸਵਰਗੀ ਹਵਾ ਭਖਦੀ ਆਕਾਸ਼ਚਾਰੀ ਵਿਮਾਨ ਜਾਂ ਵਿਸ਼ਨੂੰ ਜੀ ਦੇ ਵਾਹਨ ਗਰੜ ਸਮਾਨ ਆ ਰਹੀ ਸੀ। ਇਸ ਦੇ ਰਸਤੇ ਵਿੱਚ ਪੱਲਾ ਵਿਛਾ ਦਿੱਤਾ। ਬੱਚਿਆਂ ਨੇ ਹੱਥ ਜੋੜੇ। ਸੂਝਵਾਨ ਡਰਾਈਵਰ ਨੇ ਰਸਤਾ ਰੁਕਿਆ ਜਾਣ ਕੇ ਗੱਡੀ ਨੂੰ ਬ੍ਰੇਕ ਮਾਰੇ। ਉਸ ਸਮੇਂ ਉਹ ਆਪਣੇ ਮਾਲਕ ਦੀ ਰਜ਼ਾ ਵਿਖੇ ਚੱਲਣ ਦਾ ਪ੍ਰਣ ਕਰ ਚੁੱਕਣ ਵਾਲੀ ਇੱਕਦਮ ਰੁਕ ਗਈ। ਗੱਡੀ ਦੀ ਆਵਾਜ਼ ਬੰਦ ਹੋਣ ਨਾਲ ਬੱਚਿਆਂ ਦੀ ਆਵਾਜ਼ ਗੂੰਜੀ। ਭੈਣਾਂ ਕਹਿਣ ਸਾਡਾ ਵੀਰ ਆ ਗਿਆ। ਮਾਂ ਬੋਲੀ ਦਾਤਾ ਜਗਤ ਵਿੱਚ ਸਾਂਝ ਰੱਖ ਦਿੱਤੀ। ਇਤਨੇ ਨੂੰ ਹੋਰ ਲੋਕ ਆ ਇਕੱਠੇ ਹੋਏ। ਸਭਨਾਂ ਨੇ ਦਰਸ਼ਨ ਕੀਤਾ, ਮੱਥਾ ਟੇਕਿਆ। ਇਹਨਾਂ ਦੀਆਂ ਖੁਸ਼ੀਆਂ ਭਰੀਆਂ ਆਵਾਜ਼ਾਂ ਕਿਸੇ ਹੋਰ ਦੀ ਗੱਲ ਹੀ ਨਾ ਸੁਣਨ ਦਿੰਦੀਆਂ। ਹਜ਼ੂਰ ਨੇ ਕਿਹਾ ਬਸ ਚੁੱਪ ਕਰੋ, ਕਿਸੇ ਨੂੰ ਅੱਗੇ ਨਹੀਂ ਦੱਸਣਾ। ਗੁਰੂ ਨਾਨਕ ਦੀ ਮਿਹਰ ਹੋਈ ਹੈ। ਉਹ ਸਦਾ ਹੀ ਨੀਵਿਆਂ ਨੂੰ ਉੱਚਾ ਚੁੱਕਣ ਵਾਲਾ, ਮਿਹਰਾਂ ਦਾ ਖਜ਼ਾਨਾ, ਬਖਸ਼ਿਸ਼ਾਂ ਦਾ ਭੰਡਾਰ ਹੈ। ਨੀਚੇ ਅੰਦਰ ਨੀਚ ਜਾਤ, ਨੀਚੀ ਹੁਅਤ ਨੀਚ, ਨਾਨਕ ਤਿਨ ਕਾ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ।
ਇਸਨੇ ਕਿਹਾ, ਮਹਾਰਾਜ ਆਪ ਕਹਿੰਦੇ ਹੋ ਅੱਗੇ ਨਾ ਦੱਸੀ, ਮੈਂ ਤਾਂ ਸਾਰੇ ਹਾਪੜ ਵਿੱਚ ਰੌਲਾ ਪਾ ਚੁੱਕੀ ਆਂ। ਹੁਣ ਵੀ ਕੋਠੇ ਤੇ ਚੜ ਕੇ ਕੂਕਾਂਗੀ ਕਿ ਸੰਤਾਂ ਨੇ ਕਿਰਪਾ ਕੀਤੀ ਹੈ, ਹੋਰ ਵੀ ਕਿਸੇ ਦਾ ਭਲਾ ਹੋ ਜਾਵੇ। ਇਤਨੇ ਨੂੰ ਧਰਤੀ ਤੇ ਲਾਠੀ ਟੇਕਦਾ ਬਿਰਧ ਉਮਰ ਵਿੱਚ ਬੱਚਿਆਂ ਦਾ ਨਾਨਾ ਅੱਗੇ ਵਧਿਆ। ਨਮਸਕਾਰ ਕਰਕੇ ਅਰਜ਼ ਕੀਤੀ, ਮਹਾਰਾਜ ਮੇਰੀ ਧੀ ਵਸਦੀ ਰੱਖ ਦਿੱਤੀ। ਸਾਰਾ ਟੱਬਰ ਰੋਜ਼ ਮਿਹਣੇ ਮਾਰਦਾ ਕਿ ਤੂੰ ਤਾਂ ਜਹਾਨ ਤੋਂ ਔਰ ਔਤਰਿਆ ਹੀ ਜਾਣਾ ਹੈ, ਪਰ ਆਪਨੇ ਮੇਰੀ ਧੀ ਸੌਤਰੀ ਬਣਾ ਦਿੱਤੀ। ਉਸਨੇ ਇਹੋ ਜਿਹੇ ਸ਼ਰਧਾ ਭਰੇ ਹੋਰ ਵੀ ਬਹੁਤ ਸਾਰੇ ਬਚਨ ਕਹੇ, ਪਰ ਮਾਣ ਅਪਮਾਨ ਤੋਂ ਪਰੇਡੇ ਰਹਿਣ ਦਾ ਉਪਦੇਸ਼ ਕਰਨ ਵਾਲਿਆਂ ਦੇ ਮਨ ਵਿੱਚ ਇਹਨਾਂ ਗੱਲਾਂ ਦਾ ਕੀ ਅਸਰ ਹੋ ਸਕਦਾ ਸੀ। ਉਸ ਦੀ ਵੀ ਇਹੋ ਹੀ ਕਹਿੰਦੇ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ। ਸੰਤ ਜੀ ਮਹਾਰਾਜ ਨੇ ਡਰਾਈਵਰ ਨੂੰ ਇਸ਼ਾਰਾ ਕੀਤਾ। ਉਸਨੇ ਹੁਕਮ ਵਿੱਚ ਗੱਡੀ ਅੱਗੇ ਚੱਲ ਪਈ ਅਤੇ ਆਪਣੀ ਨੀਅਤ ਥਾਂ ਹਜ਼ੂਰ ਦੇ ਭੋਰੇ ਅੱਗੇ ਜਾ ਖੜੀ ਹੋਈ, ਜਿੱਥੇ ਪਹਿਲਾਂ ਹੀ ਬੇਅੰਤ ਦਰਸ਼ਨਾਲੂਆਂ ਦੀ ਭੀੜ ਜੁੜੀ ਸੀ। ਆਪ ਜੀ ਨੇ ਦਰਸ਼ਨ ਦੇ ਕੇ ਸਭਨਾਂ ਦੀ ਮਨੋਕਾਮਨਾਵਾਂ ਪੂਰੀ ਕੀਤੀ। ਉਪਰੰਤ ਵਿਸ਼ਨੂੰ ਭਗਵਾਨ ਵਾਂਗ ਭੋਰੇ ਵਿੱਚ ਚਲੇ ਗਏ। ਵਿਦਵਾਨ ਪੰਡਿਤ ਨੂੰ ਉਪਦੇਸ਼ ਅਤੇ ਆਦਿ ਵਿਚਾਰ ਆਪਾਂ ਅਗਲੇ ਦੀਵਾਨਾਂ ਵਿੱਚ ਕਰਾਂਗੇ। ਬੋਲਦਿਆਂ ਵਿਚਾਰਦਿਆਂ ਅਨੇਕਾਂ ਹੋਈਆਂ ਗਲਤੀਆਂ ਮਾਫ ਕਰਨੀਆਂ ਜੀ। ਬੋਲਦਿਆਂ ਵਿਚਾਰਦਿਆਂ ਅਨੇਕਾਂ ਗਲਤੀਆਂ ਮਾਫ। ਆਪ ਜੀ ਜਿਸ ਚੈਨਲ ਉੱਪਰ ਕਥਾ ਸਰਵਣ ਕਰ ਰਹੇ ਹੋ, ਸੰਤ ਆਸ਼ਰਮ ਮਲੇਸ਼ੀਆ ਟੀਵੀ YouTube ਚੈਨਲ ਅਤੇ Facebook ਚੈਨਲ ਸੰਤ ਆਸ਼ਰਮ ਪੇਜ, ਇਸ ਨੂੰ ਲਾਈਕ ਕਰੋ ਅਤੇ ਵੱਧ ਤੋਂ ਵੱਧ ਸ਼ੇਅਰ ਕਰੋ। ਆਪ ਸਭ ਸੰਗਤਾਂ ਦੇ ਸਹਿਯੋਗ ਨਾਲ ਹੀ ਕਥਾ ਚੱਲ ਰਹੀ ਹੈ। ਸਾਰੀਆਂ ਸੰਗਤਾਂ ਵੱਧ ਤੋਂ ਵੱਧ ਸਹਿਯੋਗ ਦਿਆ ਕਰੋ, ਵੱਧ ਤੋਂ ਵੱਧ ਇਸ ਕਥਾ ਨੂੰ ਸ਼ੇਅਰ ਕਰਿਆ ਕਰੋ ਅਤੇ ਸਾਰੀ ਕਥਾ ਧਿਆਨ ਨਾਲ ਸਰਵਣ ਕਰਿਆ ਕਰੋ, ਤਾਂ ਕਿ ਆਪ ਜੀ ਨੂੰ ਪੂਰਾ ਲਾਹਾ ਪ੍ਰਾਪਤ ਹੋ ਸਕੇ। ਬੋਲਦਿਆਂ ਵਿਚਾਰਦਿਆਂ ਅਨੇਕਾਂ ਗਲਤੀਆਂ ਮਾਫ ਕਰਨੀਆਂ। ਬੁਲਾਓ ਫਤਿਹ ਸਾਹਿਬ, ਆਖੋ ਵਾਹਿਗੁਰੂ ਜੀ।